ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 6 ਨਵੰਬਰ ਹੈ, ਦਿਨ ਸ਼ਨੀਚਰਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸਦੇ ਹਾਂ ਤੇ ਉਸ ਤੋਂ ਵੀ ਪਹਿਲਾਂ ਤੁਹਾਨੂੰ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਤੇ ਅੱਜ ਦੇ ਹੀ ਦਿਨ ਭਗਤ ਸੈਣ ਜੀ ਦਾ ਵੀ ਜਨਮ ਦਿਨ ਹੈ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। 14ਵੀਂ ਤੇ 15ਵੀਂ ਸਦੀ ਦੇ ਮਹਾਨ ਰੂਹਾਨੀ ਪ੍ਰਚਾਰਕ ਸਨ ਭਗਤ ਸੈਣ ਜੀ, ਜਿਨ੍ਹਾਂ ਨੇ ਪ੍ਰੇਮ, ਅਮਨ, ਆਪਸੀ ਸਾਂਝ ਤੇ ਆਲਮੀ ਭਾਈਚਾਰੇ ਦੇ ਸਤੀਵੀ ਸੰਦੇਸ਼ ਦਾ ਪ੍ਰਚਾਰ ਕੀਤਾ ਸੀ। ਅੱਜ ਦੀ ਅਹਿਮ ਖਬਰ ਇਹ ਹੈ ਕਿ ਪੰਜਾਬ ਦੀ ਕੈਬਨਿਟ ਬੈਠਕ ਜਿਹੜੀ ਅੱਜ ਹੋਣ ਵਾਲੀ ਸੀ ਉਹ ਹੁਣ ਕੱਲ ਨੂੰ ਹੋਵੇਗੀ। 7 ਨਵੰਬਰ ਐਤਵਾਰ ਨੂੰ ਦੁਪਹਿਰੇ 12 ਵਜੇ ਇਹ ਬੈਠਕ ਹੋਵੇਗੀ। ਪਹਿਲਾਂ ਇਹ ਅੱਜ ਹੋਣੀ ਸੀ ਤੇ ਇਸ ਬੈਠਕ ਦੇ ਵਿੱਚ ਪੰਜਾਬੀਆਂ ਨੂੰ ਵੀ ਤੇਲ ਕੀਮਤਾਂ ਘਟਾਉਣ ਦੀ ਜਿਹੜੀ ਖੁਸ਼ਖਬਰੀ ਹੈ ਉਹ ਦਿੱਤੀ ਜਾ ਸਕਦੀ ਹੈ। ਹਾਲਾਂਕਿ ਸੈਂਟਰ ਸਰਕਾਰ ਦੇ ਵੱਲੋਂ ਕੀਮਤਾਂ ਘਟਾਉਣ ਤੋਂ ਬਾਅਦ ਕਈ ਸੂਬਿਆਂ ਨੇ ਤੁਰੰਤ ਹੀ ਭਾਅ ਘਟਾਉਣ ਦੇ ਐਲਾਨ ਕਰ ਦਿੱਤੇ ਸੀ, ਪਰ ਪੰਜਾਬ ਸਰਕਾਰ ਹਾਲੇ ਸ਼ਾਇਦ ਸੋਚ ਹੀ ਰਹੀ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸੰਕੇਤ ਦਿੱਤੇ ਨੇ ਕਿ ਕੈਬਨਿਟ ਦੀ ਬੈਠਕ ਦੇ ਵਿੱਚ ਪੰਜਾਬੀਆਂ ਦੇ ਲਈ ਹੋਰ ਤੇਲ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਦੇ ਵਿੱਚ ਕੱਲ ਘਟਾ ਦਿੱਤੀਆਂ ਗਈਆਂ ਨੇ ਤੇ ਜਿਹੜੇ ਖਾਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਰਹਿਣ ਵਾਲੇ ਲੋਕ ਨੇ ਉਹ ਹੁਣ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੋਂ ਹੀ ਤੇਲ ਭਰਵਾਉਣ ਨੂੰ ਤਰਜੀਹ ਦੇਣਗੇ, ਜ਼ਾਹਿਰ ਤੌਰ ਤੇ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਤੇਲ ਇੰਨਾ ਮਹਿੰਗਾ, ਚੰਡੀਗੜ੍ਹ ਦੇ ਵਿੱਚ ਪਹਿਲਾਂ ਹੀ ਸਸਤਾ ਸੀ ਤੇ ਹੁਣ ਤਾਂ ਹੋਰ ਵੀ ਸਸਤਾ ਹੋ ਗਿਆ। ਪੰਜਾਬ ਦੇ ਵਿੱਚ ਪੈਟਰੋਲ 106 ਰੁਪਏ 20 ਪੈਸੇ ਪ੍ਰਤੀ ਲੀਟਰ ਹੈ, ਹਰਿਆਣੇ ਦੇ ਵਿੱਚ 94 ਰੁਪਏ 93 ਪੈਸੇ ਪ੍ਰਤੀ ਲੀਟਰ ਹੋ ਗਿਆ ਤੇ ਚੰਡੀਗੜ੍ਹ ਦੇ ਵਿੱਚ ਵੀ 94 ਰੁਪਏ 23 ਪੈਸੇ ਪ੍ਰਤੀ ਲੀਟਰ ਹੈ। ਤੇ ਡੀਜ਼ਲ ਦੀ ਜੇ ਗੱਲ ਕਰ ਲਈਏ, ਪੰਜਾਬ ਦੇ ਵਿੱਚ 99 ਰੁਪਏ 83 ਪੈਸੇ ਪ੍ਰਤੀ ਲੀਟਰ ਹੈ ਤੇ ਚੰਡੀਗੜ੍ਹ ਦੇ ਵਿੱਚ 80 ਰੁਪਏ 90 ਪੈਸੇ ਪ੍ਰਤੀ ਲੀਟਰ ਹੈ। ਨਵਜੋਤ ਸਿੰਘ ਸਿੱਧੂ ਨੇ 2 ਸ਼ਰਤਾਂ ਲਾ ਕੇ ਪ੍ਰਧਾਨਗੀ ਤੋਂ ਅਸਤੀਫਾ ਵਾਪਸ ਲੈ ਲਿਆ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਲਈ 80 ਤੋਂ 100 ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ ਹੈ। ਚੰਨੀ ਸਰਕਾਰ ਨੂੰ ਤਿੱਖੇ ਨਿਸ਼ਾਨੇ ਤੇ ਲਿਆ ਹੈ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ। ਕੱਲ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਨਾਰਨੌਤ ਦੇ ਵਿੱਚ ਕਿਸਾਨਾਂ ਨੇ ਬੀਜੇਪੀ ਦਾ ਸੰਸਦ ਮੈਂਬਰ ਘੇਰ ਲਿਆ ਤੇ ਰੋਹਤਕ ਦੇ ਵਿੱਚ ਕਿਸਾਨਾਂ ਨੇ ਮੰਦਰ ਦੇ ਵਿੱਚ ਬੀਜੇਪੀ ਲੀਡਰਾਂ ਨੂੰ ਬੰਦੀ ਹੀ ਬਣਾ ਲਿਆ ਸੀ, ਜਦੋਂ ਉਹਨਾਂ ਨੇ ਮਾਫੀ ਮੰਗੀ ਅਪਸ਼ਬਦ ਬੋਲਣ ਤੋਂ ਬਾਅਦ ਫਿਰ ਜਾਣ ਦਿੱਤਾ। ਸਿੰਘੂ ਬਾਰਡਰ ਤੇ ਦੀਵਾਲੀ ਦੀ ਰਾਤ ਨੂੰ ਜਿਹੜੀ ਅੱਗ ਲੱਗੀ ਸੀ ਉਹਦੇ ਵਿੱਚ ਇੱਕ ਟਰਾਲੀ ਸੜ ਗਈ ਅਤੇ 3 ਟੈਂਟ ਸੜ ਕੇ ਸੁਆਹ ਹੋ ਗਏ। ਸ਼ਰਾਰਤੀ ਅਨਸਰਾਂ ਨੇ ਇੱਥੇ ਆ ਕੇ ਪਟਾਖੇ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਪਟਾਖੇ ਚਲਾਉਣ ਕਾਰਨ ਹੀ ਇੱਥੇ ਅੱਗ ਲੱਗੀ ਤੇ ਪਰ ਕਿਸਾਨਾਂ ਦੀ ਚੌਕਸੀ ਦੇ ਕਾਰਨ ਅੱਗ ਫੈਲਣ ਤੋਂ ਬਚਾ ਰਿਹਾ। ਪਾਕਿਸਤਾਨ ਜਾਣ ਵਾਲੀ ਸੰਗਤ ਦੇ ਲਈ ਕਰੋਨਾ ਦੀ ਨੈਗੇਟਿਵ ਰਿਪੋਰਟ ਜ਼ਰੂਰੀ ਕਰ ਦਿੱਤੀ ਗਈ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ 17 ਨਵੰਬਰ ਨੂੰ ਜਥਾ ਹੈਗਾ ਜਿਹੜਾ ਉਹ ਰਵਾਨਾ ਹੋਵੇਗਾ ਤੇ 27 ਨਵੰਬਰ ਨੂੰ ਵਾਪਸ ਪਰਤ ਆਵੇਗਾ। ਪੰਜਾਬ ਰਾਜ ਮੰਡੀ ਬੋਰਡ ਨੇ 5 ਦਿਨਾਂ ਦੇ ਵਿੱਚ 296 ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਦਾ ਫੈਸਲਾ ਲਿਆ ਹੈ। ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ, 20 ਦਿਨ ਹੋਰ ਮੰਡੀਆਂ ਖੁੱਲੀਆਂ ਰੱਖਣ ਦੀ ਮੰਗ ਕੀਤੀ ਹੈ ਕਿਉਂਕਿ ਹਲੇ ਸਾਰੀ ਫਸਲ ਹੈ ਜਿਹੜੀ ਉਹ ਨਹੀਂ ਵਿਕ ਸਕੀ। ਦੀਵਾਲੀ ਦੀ ਰਾਤ ਮੌਕੇ ਜਿਹੜੇ ਪੰਜਾਬੀਆਂ ਨੇ ਦਿਲ ਖੋਲ ਕੇ ਪਟਾਖੇ ਚਲਾਏ ਨੇ, ਖੂਬ ਪ੍ਰਦੂਸ਼ਣ ਕੀਤਾ ਹੈ। ਉਸ ਤੋਂ ਬਾਅਦ ਹੁਣ ਕਈ ਸ਼ਹਿਰਾਂ ਦੇ ਵਿੱਚ ਤਾਂ ਸਾਹ ਲੈਣਾ ਔਖਾ ਹੋ ਗਿਆ। ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਜਿਹੜੇ ਲੋਕ ਨੇ ਤੇ ਬੱਚੇ ਨੇ ਛੋਟੇ, ਉਹਨਾਂ ਦੇ ਲਈ ਇਹ ਪਟਾਖਿਆਂ ਦਾ ਪ੍ਰਦੂਸ਼ਣ ਬਹੁਤ ਹੀ ਘਾਤਕ ਸਾਬਤ ਹੁੰਦਾ ਹੈ। ਪਾਬੰਦੀ ਲਾਈ ਹੋਈ ਸੀ, ਫਿਰ ਵੀ ਪਟਾਖੇ ਵਿਕਦੇ ਰਹੇ ਤੇ ਵੱਜਦੇ ਰਹੇ। 2 ਘੰਟਿਆਂ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹਾਲੇ ਤੱਕ ਪਟਾਖੇ ਚੱਲ ਰਹੇ ਨੇ ਟਾਵੇਂ-ਟਾਵੇਂ। ਮੋਗਾ ਜ਼ਿਲ੍ਹੇ ਤੋਂ ਖਬਰ ਹੈ, ਜਿੱਥੇ ਅਕਾਲੀ ਬੀਜੇਪੀ ਸਰਕਾਰ ਵੇਲੇ ਲੋੜਵੰਦਾਂ ਨੂੰ ਦੇਣ ਲਈ ਖਰੀਦੇ ਹਜ਼ਾਰਾਂ ਸਾਈਕਲ ਕਬਾੜ ਬਣ ਗਏ ਨੇ। ਕਿਰਤ ਵਿਭਾਗ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਵੱਲੋਂ ਇਹ ਮਾਮਲਾ ਧਿਆਨ ਵਿੱਚ ਲਿਆਂਦੇ ਜਾਣ ਤੋਂ ਬਾਅਦ ਹਰਕਤ ਦੇ ਵਿੱਚ ਆਇਆ ਹੈ ਤੇ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। 1984 ਸਿੱਖ ਨਸਲਕੁਸ਼ੀ ਦੇ ਮੁੱਦੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਹੈ ਕਿ ਕਾਂਗਰਸ ਦਾ ਬਾਈਕਾਟ ਕੀਤਾ ਜਾਵੇ ਅਤੇ 8 ਨਵੰਬਰ ਨੂੰ ਜਿਹੜਾ ਪੰਜਾਬ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਵਿਧਾਨ ਸਭਾ ਦਾ, ਉਸ ਦੇ ਵਿੱਚ ਅਕਾਲੀ ਦਲ 1984 ਸਿੱਖ ਨਸਲਕੁਸ਼ੀ ਦੇ ਖਿਲਾਫ ਮਤਾ ਲੈ ਕੇ ਆਵੇਗਾ ਅਤੇ ਜਗਦੀਸ਼ ਟਾਈਟਲਰ ਅਤੇ ਹੋਰ ਜਿਹੜੇ ਕਾਂਗਰਸ ਦੇ ਲੀਡਰ ਨੇ 1984 ਸਿੱਖ ਨਸਲਕੁਸ਼ੀ ਕਰਵਾਉਣ ਦੇ ਜ਼ਿੰਮੇਦਾਰ ਨੇ, ਉਹਨਾਂ ਦੀ ਜਿਹੜੀ ਤੁਰੰਤ ਗ੍ਰਿਫਤਾਰੀ ਦੀ ਮੰਗ ਹੈ ਉਹ ਅਕਾਲੀ ਦਲ ਦੇ ਵੱਲੋਂ ਕੀਤੀ ਜਾਵੇਗੀ ਤੇ ਗਾਂਧੀ ਪਰਿਵਾਰ ਦੇ ਖਿਲਾਫ ਐਕਸ਼ਨ ਲਿਆ ਜਾਵੇ, ਇਸ ਦੀ ਮੰਗ ਵੀ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਇਹ ਕਿਹਾ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਅਦਾਕਾਰ ਸੋਨੂ ਸੂਦ ਨੇ ਵੀਡੀਓ ਜਾਰੀ ਕਰਕੇ ਸਿਆਸੀ ਧਿਰਾਂ ਦੇ ਚੋਣ ਵਾਅਦਿਆਂ ਤੇ ਸਵਾਲ ਚੁੱਕੇ ਨੇ। ਖਾਸ ਕਰਕੇ ਪੰਜਾਬ ਦੀਆਂ ਸਿਆਸੀ ਧਿਰਾਂ ਤੇ ਸਵਾਲ ਚੁੱਕੇ ਨੇ ਤੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਆਉਣ ਦੇ ਚਰਚਿਆਂ ਨੂੰ ਵੀ ਲਗਾਤਾਰ ਉਹ ਖਾਰਜ ਕਰ ਰਹੇ ਨੇ।
ਮੈਨੀਫੈਸਟੋ ਦੇ ਵਿੱਚ ਕੀਤੇ ਸਾਰੇ ਵਾਅਦੇ ਸਮੇਂ ਸਿਰ ਪੂਰੇ ਕਰਨੇ ਚਾਹੀਦੇ ਨੇ, ਇਹ ਕਿਹਾ ਹੈ ਸੋਨੂ ਸੂਦ ਨੇ ਸਿਆਸੀ ਲੀਡਰਾਂ ਨੂੰ। ਅਤੇ ਸੋਨੂ ਸੂਦ ਦੀ ਇਸ ਗੱਲ ਤੋਂ ਬਾਅਦ ਹੁਣ ਫਿਰ ਤੋਂ ਇਹ ਕਨਸੂਆਂ ਲੱਗਣ ਲੱਗੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੋਨੂ ਸੂਦ ਕਦੋਂ ਵੀ ਐਂਟਰੀ ਮਾਰ ਸਕਦੇ ਨੇ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਕਹਿੰਦੇ ਕੈਪਟਨ ਜੀ ਰਿਟਾਇਰ ਹੋ ਜਾਓ, ਹੁਣ ਸੇਵਾ ਮੁਕਤ ਹੋ ਜਾਓ, ਸਾਡੇ ਨਾਲ ਨਾ ਉਲਝੋ। ਤੁਸੀਂ ਤਾਂ ਸਮਝੌਤਾਵਾਦੀ ਮੁੱਖ ਮੰਤਰੀ ਰਹੇ ਹੋ ਜੋ ਕਾਲੇ ਸਫੇ ਤੇ ਕਾਲੀ ਸਿਆਹੀ ਨਾਲ ਹੀ ਲਿਖਦੇ ਰਹਿ ਗਏ, ਜਦਕਿ ਵਾਅਦਾ ਤਾਂ ਚਿੱਟੇ ਸਫੇ ਤੇ ਕਾਲੇ ਨਾਲ ਲਿਖ ਕੇ ਪੂਰੇ ਕਰਨ ਦਾ ਸੀ। ਪਰ ਤੁਸੀਂ ਤਾਂ ਭਾਜਪਾ ਤੇ ਬਾਦਲਾਂ ਨਾਲ ਆਪਣੇ ਕੰਫਰਟ ਜ਼ੋਨ ਦੇ ਵਿੱਚੋਂ ਹੀ ਬਾਹਰ ਨਹੀਂ ਆਏ। ਤੇ ਉਧਰ ਕੈਪਟਨ ਅਮਰਿੰਦਰ ਸਿੰਘ ਦੇ ਪਰਛਾਵੇਂ ਵੀ ਗਾਇਬ ਦਿਖ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ, ਪਰ ਨਾਲ ਰਹਿਣ ਵਾਲੇ ਸਾਰੇ ਮੰਤਰੀ ਵਿਧਾਇਕ ਹੁਣ ਕੈਪਟਨ ਤੋਂ ਪਿੱਛਾ ਛਡਾਉਣ ਲੱਗੇ ਨੇ ਤੇ ਸੋਸ਼ਲ ਮੀਡੀਆ ਤੇ ਵੀ ਕੈਪਟਨ ਕਾਫੀ ਘਿਰ ਰਹੇ ਨੇ। ਲੋਕ ਤਿੱਖੇ ਸਵਾਲ ਕਰ ਰਹੇ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਤਾਰ ਦੇ ਨਾਲ। ਇੱਕ ਪਾਸੇ ਗਲਾਸਗੋ ਦੇ ਵਿੱਚ ਦੁਨੀਆ ਭਰ ਦੇ ਮੁਲਕਾਂ ਦਾ ਜਲਵਾਯੂ ਪਰਿਵਰਤਨ ਨੂੰ ਲੈ ਕੇ ਸੰਮੇਲਨ ਚੱਲ ਰਿਹਾ ਹੈ। ਭਾਰਤ ਦੇ ਪੀਐਮ ਨਰਿੰਦਰ ਮੋਦੀ ਨੇ ਭਾਰਤ ਦੇ ਵਿੱਚ ਵਾਤਾਵਰਣ ਸਾਫ਼ ਰੱਖਣ ਨੂੰ ਲੈ ਕੇ ਵੱਡੇ ਐਲਾਨ ਵੀ ਕੀਤੇ ਨੇ। ਪਰ ਦੀਵਾਲੀ ਤੋਂ ਦੂਸਰੇ ਦਿਨ ਕੀ ਹਾਲਾਤ ਬਣ ਗਏ ਨੇ ਆਪਣੇ ਮੁਲਕ ਦੇ, ਉਹ ਵੀ ਜ਼ਰਾ ਸੁਣ ਲੈਂਦੇ ਆ। ਇਸ ਵਾਰ ਦੀਵਾਲੀ ਵਾਲੀ ਰਾਤ ਚਾਹੇ ਕਿਤੇ ਪਟਾਖਿਆਂ ਤੇ ਬੈਨ ਲੱਗਿਆ ਹੋਵੇ, ਚਾਹੇ ਕਿਤੇ ਨਹੀਂ, ਚਾਹੇ ਕਿਤੇ 2 ਘੰਟੇ ਦੀ ਹੀ ਆਗਿਆ ਸੀ ਜਿਵੇਂ ਪੰਜਾਬ ਦੇ ਵਿੱਚ, ਪਰ ਇਹਨਾਂ ਸਭ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਲੋਕਾਂ ਨੇ ਦਿਲ ਖੋਲ ਕੇ ਬਰੂਦ ਨੂੰ ਅੱਗ ਲਾਈ, ਖੂਬ ਪਟਾਖੇ ਚਲਾਏ। ਪਿਛਲੇ ਸਾਲ ਵਾਲੀ ਸਾਰੀ ਕਸਰ ਲੱਗਦਾ ਇਸ ਵਾਰੀ ਲੋਕਾਂ ਨੇ ਕੱਢ ਦਿੱਤੀ। ਇਹਦਾ ਅਸਰ ਇਹ ਹੋਇਆ ਕਿ ਸੂਬੇ ਪੰਜਾਬ ਦੇ ਵਿੱਚ ਸਾਹ ਲੈਣਾ ਔਖਾ ਹੋ ਗਿਆ ਤੇ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰੋਪੜ ਜ਼ਿਲ੍ਹੇ ਦੀ ਹਵਾ ਸਭ ਤੋਂ ਵੱਧ ਸਾਫ਼ ਤੇ ਜਲੰਧਰ ਦਾ ਸਭ ਤੋਂ ਮਾੜਾ ਹਾਲ ਹੋਇਆ। ਜਲੰਧਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਬਹੁਤ ਮਾੜਾ ਹੈ, ਜਦਕਿ ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਵੀ ਹਵਾ ਬਹੁਤੀ ਸਾਫ਼ ਨਹੀਂ ਹੈ। ਸਿਰਫ ਰੋਪੜ ਯਾਨੀ ਕਿ ਰੂਪਨਗਰ ਹੀ ਇਕਲੌਤਾ ਜ਼ਿਲ੍ਹਾ ਹੈ ਜੋ ਗ੍ਰੀਨ ਜ਼ੋਨ ਸ਼੍ਰੇਣੀ ਦੇ ਵਿੱਚ ਹੈ, ਯਾਨੀ ਕਿ ਤਸੱਲੀ ਬਖਸ਼ ਸ਼੍ਰੇਣੀ ਦੇ ਵਿੱਚ ਹੈ। ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਦੇ ਨੋਡਲ ਆਫਿਸਰ ਡਾਕਟਰ ਸੁਮੀਤ ਸਿੰਘ ਦੇ ਮੁਤਾਬਿਕ ਦਮੇ ਦੇ ਮਰੀਜ਼ਾਂ ਨੂੰ ਹਰ ਸਮੇਂ ਆਪਣੇ ਨਾਲ ਇਨਹੇਲਰ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਹ ਲੈਣ ਦੇ ਵਿੱਚ ਤਕਲੀਫ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨੀ ਹੈ ਜਿਹੜੀ ਉਹ ਵਰਤਣੀ ਚਾਹੀਦੀ ਹੈ। ਦਿੱਲੀ ਦੀ ਜੇ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪਟਾਖਿਆਂ ਦੀ ਖਰੀਦ, ਵੇਚ ਅਤੇ ਪਟਾਖੇ ਫੋੜਨ ਦੇ ਉੱਤੇ, ਵਜਾਉਣ ਦੇ ਉੱਤੇ ਪੂਰੀ ਪਾਬੰਦੀ ਲਾਈ ਹੋਈ ਸੀ, ਪਰ ਕਿਸੇ ਨੇ ਇੱਥੇ ਸਰਕਾਰ ਦੀ ਕੋਈ ਗੱਲ ਨਹੀਂ ਸੁਣੀ। ਦਿੱਲੀ ਤੇ ਐਨਸੀਆਰ ਦੇ ਵਿੱਚ ਹਵਾ ਪੂਰੀ ਤਰ੍ਹਾਂ ਦੇ ਨਾਲ ਪ੍ਰਦੂਸ਼ਿਤ ਹੈ। ਹਰ ਪਾਸੇ ਇਸ ਵਕਤ ਧੂਆਂ ਹੀ ਧੂਆਂ ਚੜਿਆ ਹੋਇਆ ਹੈ। ਦੀਵਾਲੀ ਵਾਲੀ ਰਾਤ ਪਟਾਖੇ ਚਲਾਉਣ ਤੋਂ ਬਾਅਦ ਅਗਲੇ ਦਿਨ ਸਵੇਰੇ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ ਵਿੱਚ ਧੂਏ ਦੀ ਸੰਘਣੀ ਪਰਤ ਛਾ ਗਈ, ਜਿਸ ਕਾਰਨ ਕਈ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਗਲੇ ਦੇ ਵਿੱਚ ਖਾਰਿਸ਼ ਅਤੇ ਅੱਖਾਂ ਦੇ ਵਿੱਚ ਜਲਣ ਹੋਈ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਜਦੋਂ ਪਰਾਲੀ ਸਾੜੀ ਜਾਏਗੀ ਉਸ ਤੋਂ ਬਾਅਦ ਉੱਠਣ ਵਾਲੇ ਧੂਏ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਨੇ। ਪਰ ਅਸੀਂ ਹਾਂ ਕਿ ਸਮਝਦੇ ਨਹੀਂ ਆ। ਤੁਸੀਂ ਦੇਖਦੇ ਹੋ ਕਿ ਜੇ ਛੋਟਾ ਜਿਹਾ ਜਿਹੜਾ ਬਿਲਕੁਲ ਛੋਟੀ ਪੱਧਰ ਦਾ ਜਿਹੜਾ ਅਨਾਰ ਹੁੰਦਾ, ਜਿਹਨੂੰ ਅਨਾਰ ਕਿਹਾ ਜਾਂਦਾ ਹੈ, ਉਹਦੇ ਵਿੱਚ ਜਦੋਂ ਅੱਗ ਲਾਈ ਜਾਂਦੀ ਹੈ ਤਾਂ ਤੁਹਾਨੂੰ ਉਹਦੀ ਲਾਟ ਜਾਂਦੀ ਹੈ, ਉਹਦੇ ਵਿੱਚੋਂ ਵੀ ਇੰਨਾ ਜ਼ਹਿਰੀਲਾ ਤੇ ਇੰਨੀ ਵੱਡੀ ਮਾਤਰਾ ਦੇ ਵਿੱਚ ਧੂਆਂ ਨਿਕਲਦਾ। ਤੇ ਜਦੋਂ ਵੱਡੀ ਪੱਧਰ ਤੇ ਲੋਕ ਪਟਾਖੇ ਚਲਾਉਂਦੇ ਨੇ ਤਾਂ ਤੁਸੀਂ ਸੋਚ ਸਕਦੇ ਹੋ, ਤੁਸੀਂ ਦੇਖਦੇ ਹੀ ਹੋ ਕਿ ਕਿਵੇਂ ਧੂਆਂ ਹੋਇਆ ਹੁੰਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਜੇ ਗੱਲ ਕਰ ਲਈਏ ਤਾਂ ਇੱਥੇ ਵੀ ਲੋਕਾਂ ਨੇ ਖੂਬ ਪਟਾਖੇ ਨੇ ਜਿਹੜੇ ਉਹ ਚਲਾਏ ਨੇ, ਵੱਡੇ ਬੰਬ ਫੋੜੇ ਨੇ। ਅਸਮਾਨ ਦੇ ਵਿੱਚ ਉੱਡਦੀਆਂ ਜਿਹੜੀਆਂ ਆਤਿਸ਼ਬਾਜ਼ੀਆਂ ਨੇ ਉਹ ਵੀ ਲਗਾਤਾਰ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਸੀ। ਇੱਕ ਇੱਥੇ ਲੋਕਾਂ ਨੂੰ ਬੜੀ ਆਦਤ ਹੈ ਕਿ ਪੂਰੇ ਦੇ ਪੂਰੇ ਪੈਕੇਟ ਨੂੰ ਇੱਕੋ ਵਾਰ ਅੱਗ ਲਾ ਦਿੱਤੀ ਜਾਂਦੀ ਹੈ ਤੇ ਫਿਰ ਠਾਠਾ ਕਰਕੇ ਪਟਾਖੇ ਨੇ ਜਿਹੜੇ ਉਹ ਕਈ ਸਕਿੰਟਾਂ ਤੱਕ ਵੱਜਦੇ ਰਹਿੰਦੇ ਨੇ। ਕੋਈ ਪੈਕੇਟ ਤਾਂ 1.5 ਮਿੰਟ ਵੀ ਲਾ ਦਿੰਦਾ ਹੈ ਪੂਰੇ ਜਿਹੜੇ ਧਮਾਕੇ ਕਰਨ ਦੇ ਲੱਗਿਆਂ ਤੇ। ਸੋ ਉਹਨਾਂ ਤੋਂ ਕਿੰਨਾ ਪ੍ਰਦੂਸ਼ਣ ਫੈਲਦਾ ਹੈ ਇਹ ਸਾਡੀਆਂ ਨਜ਼ਰਾਂ ਤੋਂ ਲੁਕਿਆ ਨਹੀਂ ਹੈ, ਪਰ ਇੱਥੇ ਰੋਕਣ ਵਾਲਾ ਕੋਈ ਨਹੀਂ ਹੈ। ਸੋ ਪ੍ਰਦੂਸ਼ਣ ਕੱਲੇ ਭਾਰਤ ਵਿੱਚ ਹੀ ਨਹੀਂ, ਸਾਡੇ ਗੁਆਂਢੀ ਮੁਲਕ ਚੀਨ ਦੇ ਵਿੱਚ ਵੀ ਵਾਤਾਵਰਣ ਇਸ ਕਦਰ ਗੰਦਲਾ ਹੋ ਗਿਆ ਕਿ ਰਾਜਧਾਨੀ ਬੀਜਿੰਗ ਪ੍ਰਦੂਸ਼ਣ ਦੀ ਚਾਦਰ ਦੇ ਵਿੱਚ ਢਕੀ ਗਈ ਹੈ। ਇੱਥੇ ਕਿਸੇ ਨੇ ਦੀਵਾਲੀ ਨਹੀਂ ਮਨਾਈ, ਨਾ ਹੀ ਇੱਥੇ ਖਾਸ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ, ਪਰ ਇੱਥੇ ਪ੍ਰਦੂਸ਼ਣ ਹੈ ਜਿਹੜਾ ਉਹ ਵੱਧ ਰਿਹਾ ਹੈ। ਇਸੇ ਕਰਕੇ 200 ਮੀਟਰ ਤੋਂ ਅੱਗੇ ਬੀਜਿੰਗ ਦੇ ਵਿੱਚ ਦੇਖਣਾ ਮੁਸ਼ਕਿਲ ਹੋ ਗਿਆ, ਮੁਸ਼ਕਿਲ ਹੀ ਨਹੀਂ ਕਹਿੰਦੇ ਨਾਮੁਮਕਿਨ ਹੋ ਗਿਆ, ਜਿਸ ਕਾਰਨ ਕੁਝ ਹਾਈਵੇਜ਼ ਨੂੰ ਇੱਥੇ ਬੰਦ ਕਰ ਦਿੱਤਾ ਗਿਆ। ਰॉयटर्स ਦੀ ਖਬਰ ਦੇ ਮੁਤਾਬਿਕ ਇਸ ਸ਼ਹਿਰ ਦੇ ਵਿੱਚ ਯਾਨੀ ਕਿ ਬੀਜਿੰਗ ਦੇ ਵਿੱਚ ਸਦੀਆਂ ਦਾ ਪਹਿਲਾ ਪ੍ਰਦੂਸ਼ਣ ਅਲਰਟ ਹੈ ਤੇ ਹੁਣ ਇੱਥੇ ਆਊਟਡੋਰ ਨਿਰਮਾਣ ਕਾਰਜ, ਖੁੱਲੇ ਦੇ ਵਿੱਚ ਫੈਕਟਰੀ ਦੇ ਕੰਮ ਅਤੇ ਸਕੂਲਾਂ ਦੀ ਆਊਟਡੋਰ ਐਕਟੀਵਿਟੀ ਬੰਦ ਹੋ ਜਾਏਗੀ। ਸ਼ਹਿਰ ਦੀਆਂ ਕਈ ਗਗਨ ਚੁੰਬੀ ਇਮਾਰਤਾਂ ਦਾ ਉੱਪਰੀ ਹਿੱਸਾ ਪ੍ਰਦੂਸ਼ਣ ਦੇ ਧੂਏ ਵਿੱਚ ਗਾਇਬ ਹੋ ਗਿਆ।
ਬੀजिंग ਤਿੰਜਿਆਂਗ ਹੇਬੇਈ ਦੀ ਉਦਯੋਗਿਕ ਬੈਲਟ ਦੇ ਵਿੱਚ ਠੰਡ ਦੇ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਬਣ ਜਾਂਦੀ ਹੈ, ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਹਵਾਵਾਂ ਚੱਲਣੀਆਂ ਬੰਦ ਹੋ ਜਾਂਦੀਆਂ ਨੇ ਤੇ ਉਹ ਹਵਾਵਾਂ ਹੀ ਇਸ ਧੂਏ ਤੋਂ ਬੀजिंग ਨੂੰ ਛੁਟਕਾਰਾ ਦਿਵਾ ਸਕਦੀਆਂ ਨੇ। ਚੀਨ ਨੇ ਪ੍ਰਦੂਸ਼ਣ ਦੇ ਵਿਰੁੱਧ ਇੱਕ ਮੁਹਿੰਮ ਵੀ ਚਲਾਈ ਹੈ। ਸਤੰਬਰ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਇਸ ਸਾਲ ਦੇਸ਼ ਦੇ ਵਿੱਚ 64 ਉਦਯੋਗਿਕ ਸ਼ਹਿਰਾਂ ਦੇ ਵਿੱਚ ਮੁਹਿੰਮ ਚੱਲ ਰਹੀ ਹੈ। ਚੀਨ ਵਿੱਚ 4 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਵਿੰਟਰ 올림픽ਸ ਦਾ ਆਯੋਜਨ ਹੋਵੇਗਾ। ਇਹ ਆਯੋਜਨ ਬੀजिंग ਦੇ ਨੇੜਲੇ ਇੱਕ ਸ਼ਹਿਰ ਝਾਂਗ ਜ਼ਿਆਕੂ ਦੇ ਵਿੱਚ ਹੋਏਗਾ ਤੇ ਇਸ ਦਰਮਿਆਨ ਜਦੋਂ ਬੀजिंग ਦੇ ਵਿੱਚ ਪ੍ਰਦੂਸ਼ਣ ਦੀ ਸੰਘਣੀ ਪਰਤ ਜੰਮ ਗਈ ਹੈ ਤਾਂ ਵਿਦੇਸ਼ਾਂ ਤੋਂ ਆਉਣ ਵਾਲੇ ਖਿਡਾਰੀ ਨੇ ਜਿਹੜੇ ਕੀ ਰਿਐਕਟ ਕਰਨਗੇ ਇਹ ਵੀ ਪਤਾ ਚੱਲ ਜਾਏਗਾ। ਇਸੇ ਦਰਮਿਆਨ ਅਮਰੀਕਾ ਕਹਿ ਰਿਹਾ ਕਿ ਅਸੀਂ ਜਲਵਾਯੂ ਤਬਦੀਲੀ ਦੇ ਨਾਲ ਨਜਿੱਠਣ ਦੇ ਲਈ 2022 ਤੱਕ $100 ਬਿਲੀਅਨ ਲਾ ਦੇਵਾਂਗੇ। ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਨ ਕੈਰੀ ਨੇ ਕਿਹਾ ਕਿ ਕਲਾਈਮੇਟ ਚੇਂਜ ਨਾਲ ਨਜਿੱਠਣ ਦੇ ਲਈ ਗਰੀਬ ਮੁਲਕਾਂ ਨੂੰ ਦਿੱਤਾ ਜਾਣ ਵਾਲਾ ਫੰਡ ਅਗਲੇ ਸਾਲ $100 ਬਿਲੀਅਨ ਤੱਕ ਪਹੁੰਚ ਜਾਏਗਾ। ਸਕਾਟਲੈਂਡ ਦੇ ਗਲਾਸਗੋ ਦੇ ਵਿੱਚ ਚੱਲ ਰਹੀ ਜਲਵਾਯੂ ਪਰਿਵਰਤਨ ਦੇ ਵਿੱਚ ਸਿਖਰ ਸੰਮੇਲਨ ਦੇ ਵਿੱਚ ਸਭ ਤੋਂ ਵੱਡੀ ਚਿੰਤਾ ਇਹੀ ਰਹੀ ਕਿ ਗਰੀਬ ਮੁਲਕ ਕਾਰਬਨ ਨਿਕਾਸੀ ਘੱਟ ਕਰਨ ਦੇ ਲਈ ਜ਼ਰੂਰੀ ਟੈਕਨੋਲੋਜੀ ਤੇ ਖਰਚਾ ਕਿੱਥੋਂ ਕਰਨਗੇ। ਅਮਰੀਕਾ ਤੇ ਵਰਲਡ ਇਕਨੋਮਿਕ ਫੋਰਮ ਨੇ ਇੱਕ ਦੁਨੀਆ ਦੀਆਂ 24 ਵੱਡੀਆਂ ਕੰਪਨੀਆਂ ਦਾ ਗੱਠਜੋੜ ਵੀ ਬਣਾਇਆ ਹੈ ਜੋ 2030 ਤੱਕ ਘੱਟ ਕਾਰਬਨ ਨਿਕਾਸੀ ਵਾਲੇ ਉਤਪਾਦ ਖਰੀਦੇਗਾ। ਤੇ ਬਰਤਾਨੀਆ ਦੇ ਊਰਜਾ ਮੰਤਰੀ ਨੇ ਵੀ ਇੱਥੇ ਕਿਹਾ ਸੀ ਕਿ ਦੁਨੀਆ ਦੇ 40 ਮੁਲਕ ਕੋਲੇ ਦੀ ਵਰਤੋਂ ਨੂੰ ਚਰਨਬੱਧ ਤਰੀਕੇ ਦੇ ਨਾਲ ਬੰਦ ਕਰਨ ਦੇ ਲਈ ਰਾਜ਼ੀ ਹੋ ਗਏ ਨੇ, ਪਰ ਇਹਨਾਂ ਦੇ ਵਿੱਚ ਭਾਰਤ ਅਤੇ ਚੀਨ ਵਰਗੇ ਵੱਡੇ ਮੁਲਕ ਸ਼ਾਮਿਲ ਨਹੀਂ ਹਨ। ਯਾਨੀ ਕਿ ਨਾ ਚੀਨ ਨਾ ਹੀ ਭਾਰਤ, ਜਿੱਥੇ ਸਭ ਤੋਂ ਵੱਧ ਪ੍ਰਦੂਸ਼ਣ ਦੀ ਆਪਾਂ ਗੱਲ ਕੀਤੀ ਹੈ, ਇਹਨਾਂ ਦੋਵਾਂ ਮੁਲਕਾਂ ਦੀ ਹੀ ਹੁਣੇ ਗੱਲ ਇਸ ਖਬਰ ਦੇ ਵਿੱਚ ਹੋਈ ਹੈ। ਇਹ ਦੋਵੇਂ ਮੁਲਕ ਇਸ ਗੱਲ ਨੂੰ ਰਾਜ਼ੀ ਨਹੀਂ ਹੋਏ ਕਿ ਕੋਲੇ ਦੀ ਵਰਤੋਂ ਇੱਥੇ ਬੰਦ ਹੋ ਜਾਵੇ, ਇੱਥੇ ਕੋਲੇ ਦੀ ਵਰਤੋਂ ਹੁੰਦੀ ਰਹੇਗੀ। ਹਾਲਾਂਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਕਾਨਫਰੰਸ ਦੇ ਵਿੱਚ ਵਾਅਦਾ ਕੀਤਾ ਕਿ ਭਾਰਤ ਸਾਲ 2070 ਤੱਕ, ਹਲੇ 2021 ਚੱਲ ਰਿਹਾ ਹੈ, 2070 ਤੱਕ ਨੈਟ ਜ਼ੀਰੋ ਪੋਲਿਊਸ਼ਨ ਦੇ ਟੀਚੇ ਤੱਕ ਪਹੁੰਚ ਜਾਏਗਾ, ਉਹਨੂੰ ਪੂਰਾ ਕਰ ਲਏਗਾ। ਜਿਹਦਾ ਮਤਲਬ ਹੈ ਕਿ ਉਦੋਂ ਤੱਕ ਭਾਰਤ ਵਿੱਚ ਕਾਰਬਨ ਨਿਕਾਸੀ ਅਤੇ ਉਸ ਦੇ ਨਾਲ ਨਜਿੱਠਣ ਲਈ ਕੀਤੇ ਗਏ ਉਪਾਅ ਜਿਵੇਂ ਕਿ ਰੁੱਖ ਲਾਉਣਾ, ਇਹਦੇ ਵਿਚਾਲੇ ਸੰਤੁਲਨ ਬਣ ਜਾਏਗਾ ਕਿ ਜਿੰਨਾ ਪੋਲਿਊਸ਼ਨ ਹੋ ਰਿਹਾ ਹੈ ਉਹਨੇ ਨਾਲ ਰੁੱਖ ਨੇ ਜਿਹੜੇ ਉਹ ਵੀ ਲਾਏ ਜਾਣਗੇ। ਗਲਾਸਗੋ ਦੇ ਵਿੱਚ ਜਿਹੜੀ COP26 ਕਾਨਫਰੰਸ ਚੱਲ ਰਹੀ ਹੈ ਉਸ ਦੇ ਵਿੱਚ ਭਾਰਤ ਦੀ ਇੱਕ ਸਕੂਲੀ ਵਿਦਿਆਰਥਣ ਨੇ ਕਿਹਾ ਕਿ ਵਾਤਾਵਰਣ ਬਚਾ ਲਓ ਨਹੀਂ ਤਾਂ ਬੱਚਿਆਂ ਨੂੰ ਅੱਗੇ ਆਉਣਾ ਪਵੇਗਾ। ਆਲਮੀ ਆਗੂ ਨੇ ਜਿਹੜੇ ਦੁਨੀਆ ਭਰ ਦੇ ਆਗੂ ਨੇ ਉਹਨਾਂ ਨੂੰ ਵੰਗਾਰ ਦਿੱਤੀ ਹੈ। ਵਿਨੀਸ਼ਾ ਉਮਾ ਸ਼ੰਕਰ ਨੇ 15 ਸਾਲ ਦੀ ਬੱਚੀ ਹੈ, ਸਾਫ਼ ਦੇ ਵਿੱਚ ਕਹਿ ਦਿੱਤਾ ਕਿ ਜੇ ਧਰਤੀ ਨੂੰ ਬਚਾਉਣ ਦੇ ਲਈ ਅਗਵਾਈ ਤੁਸੀਂ ਨਹੀਂ ਕਰ ਸਕਦੇ ਤਾਂ ਬੱਚੇ ਖਾਸ ਕਰਕੇ ਭਵਿੱਖ ਦੀ ਪੀੜ੍ਹੀ ਕਮਾਨ ਸਾਂਭਣ ਨੂੰ ਤਿਆਰ ਹੈ। ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਅਹੁਦਾ ਸੰਭਾਲਣ ਦੇ ਲਈ ਉਹਨਾਂ ਨੇ ਸ਼ਰਤ ਵੀ ਰੱਖ ਦਿੱਤੀ ਹੈ, ਕਿਹਾ ਕਿ ਮੈਂ ਉਸ ਦਿਨ ਆਪਣਾ ਅਹੁਦਾ ਸੰਭੂਗਾ ਜਿਸ ਦਿਨ ਨਵਾਂ AG ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਸਿੱਧੂ ਨੇ ਕਿਹਾ ਕਿ ਨਵਾਂ AG ਅਤੇ DGP ਦੇ ਪੈਨਲ ਆਉਣ ਤੋਂ ਬਾਅਦ ਹੀ ਮੈਂ ਦਫ਼ਤਰ ਦੇ ਵਿੱਚ ਕੰਮਕਾਜ ਸੰਭਾਲਾਂਗਾ। ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਲਈ ਅਸਤੀਫਾ ਵਾਪਸ ਲੈ ਲਿਆ ਹੈ। ਸਿੱਧੂ ਨੇ ਵੀ ਕਿਹਾ ਕਿ ਪਾਰਟੀ ਦੇ ਵਕਾਰ ਦਾ ਸਵਾਲ ਸੀ, ਨਾ ਕਿ ਕਿਸੇ ਨਿੱਜੀ ਵਿਰੋਧ ਦਾ। ਇਹਦੇ ਵਿੱਚ ਈਗੋ ਵਾਲੀ ਕੋਈ ਗੱਲ ਨਹੀਂ ਹੈ। ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਨਵੀਆਂ ਨਿਯੁਕਤੀਆਂ ਹੋਣ ਤੋਂ ਬਾਅਦ ਇਹ ਅਸਤੀਫਾ ਦੇ ਦਿੱਤਾ ਸੀ। ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਫਿਰ ਕੜਿੱਕੀ ਦੇ ਵਿੱਚ ਫਸਾਇਆ ਹੈ। ਕਿਹਾ ਕਿ ਸਾਲ 2017 ਦੇ ਵਿੱਚ 2 ਮੁੱਦਿਆਂ ਤੇ ਸਰਕਾਰ ਬਣੀ ਸੀ, ਇੱਕ ਬੇਅਦਬੀ ਦਾ, ਦੂਸਰਾ ਨਸ਼ਿਆਂ ਦਾ। ਹੱਲ ਦੋਵੇਂ ਹੀ ਨਹੀਂ ਹੋਏ। DGP ਦੀ ਨਿਯੁਕਤੀ ਉੱਤੇ ਵੀ ਸਵਾਲ ਚੁੱਕੇ ਨੇ। ਕਿਹਾ ਕਿ ਮੈਂ ਨਵਾਂ DGP ਸਹੋਤਾ ਕਿਵੇਂ ਬਰਦਾਸ਼ਤ ਕਰ ਲਵਾਂ ਜਿਸਨੇ ਬੇਅਦਬੀ ਮਾਮਲੇ ਦੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। ਚੇਤਾਵਨੀ ਦਿੱਤੀ ਕਿ ਬੇਅਦਬੀ ਦਾ ਮਸਲਾ ਹੱਲ ਨਾ ਕਰਨ ਵਾਲੇ CM ਕੈਪਟਨ ਅਮਰਿੰਦਰ ਸਿੰਘ ਕੁਰਸੀ ਤੋਂ ਲਾਂਭੇ ਹੋ ਗਏ ਸੀ। ਜੇ ਹਾਲੇ ਵੀ ਮਾਮਲਾ ਹੋਰ ਲਟਕਾਇਆ ਤਾਂ ਹੋਣ ਵਾਲੇ ਵੀ ਨਹੀਂ ਲੱਭਣੇ। ਸਿੱਧੂ ਨੇ ਕਿਹਾ ਕਿ ਸੱਤਾ ਹਾਸਲ ਕਰਨ ਦੇ 2 ਹੀ ਤਰੀਕੇ ਨੇ, ਜਾਂ ਫਿਰ ਲੋਕਾਂ ਨੂੰ ਲੋਲੀਪੌਪ ਦਿਓ ਤੇ ਜਾਂ ਫਿਰ ਪੰਜਾਬ ਦੀ ਤਕਦੀਰ ਬਦਲ ਦਿਓ। ਹੁਣ ਅਸੀਂ ਦੇਖਣਾ ਹੈ ਕਿ ਲੋਕਾਂ ਨੂੰ ਲੋਲੀਪੌਪ ਦੇ ਕੇ ਸਮਾਂ ਲੰਘਾਉਣਾ ਹੈ ਜਾਂ ਫਿਰ ਏਜੰਡੇ ਦੇ ਉੱਤੇ ਕੰਮ ਕਰਨਾ ਹੈ, ਯਾਨੀ ਕਿ ਸਿੱਧੇ ਚੰਨੀ ਸਰਕਾਰ ਨੂੰ ਲਪੇਟੇ ਦੇ ਵਿੱਚ ਲਿਆ ਹੈ। ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਸਵਾਗਤ ਕੀਤਾ। ਸਿੱਧੂ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦਾ ਵਾਈਟ ਪੇਪਰ ਜ਼ਰੂਰ ਜਾਰੀ ਕਰੋ। ਲੋਲੀਪੌਪ ਵਾਲੀ ਗੱਲ ਤੇ ਵੀ ਸਪਸ਼ਟੀਕਰਨ ਦਿੱਤਾ ਹੈ। ਕਹਿੰਦੇ ਕਿ ਮੀਡੀਆ ਨੇ 1 ਨਵੰਬਰ ਨੂੰ ਮੇਰੀ ਗੱਲ ਚੱਕ ਲਈ ਸੀ, ਪਰ ਮੈਂ ਤਾਂ ਲੋਲੀਪੌਪ ਦੀ ਗੱਲ ਕੇਜਰੀਵਾਲ ਦੇ ਸੰਦਰਭ ਦੇ ਵਿੱਚ ਕੀਤੀ ਸੀ। ਇਹ ਵੀ ਕਿਹਾ ਕਿ ਮੇਰਾ ਚਰਨਜੀਤ ਸਿੰਘ ਚੰਨੀ ਦੇ ਨਾਲ ਕੋਈ ਵਖਰੇਵਾ ਨਹੀਂ ਹੈ, ਪਰ ਮੈਂ ਪੰਜਾਬ ਦੇ ਹਿੱਤਾਂ ਲਈ ਖੜਾ ਹਾਂ। ਕੈਪਟਨ ਅਮਰਿੰਦਰ ਸਿੰਘ ਬਾਰੇ ਮੰਦੀ ਭਾਸ਼ਾ ਵਰਤਣ ਦਾ ਸਵਾਲ ਜਦੋਂ ਮੀਡੀਆ ਨੇ ਪੁੱਛਿਆ ਤਾਂ ਸਿੱਧੂ ਨੇ ਉਲਟਾ ਮੀਡੀਆ ਨੂੰ ਕਹਿ ਦਿੱਤਾ ਕਿ ਜਦੋਂ ਕੈਪਟਨ ਮੇਰੇ ਖਿਲਾਫ ਬੋਲਦੇ ਨੇ, ਉਲ ਜਲੂਲ ਬੋਲਦੇ ਨੇ, ਉਦੋਂ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕੁਝ ਕਹਿੰਦੇ।
ਤੇ ਇੱਕ ਸਭ ਤੋਂ ਵੱਡੀ ਗੱਲ ਉਹਨਾਂ ਨੇ ਨਸ਼ਿਆਂ ਬਾਰੇ STF ਦੀ ਜਿਹੜੀ ਰਿਪੋਰਟ ਹੈ ਉਸ ਬਾਰੇ ਕੀਤੀ। ਕਹਿੰਦੇ ਜੇ ਹਿੰਮਤ ਨਹੀਂ ਹੈ ਇਸ ਰਿਪੋਰਟ ਨੂੰ ਜਨਤਕ ਕਰਨ ਦੀ ਤੁਹਾਡੇ ਵਿੱਚ ਤਾਂ ਮੈਨੂੰ ਦਿਓ, ਇਹ ਜ਼ਿੰਮਾ ਮੈਨੂੰ ਦੇ ਦਿਓ, ਮੈਂ ਜਨਤਕ ਕਰਕੇ ਦਿਖਾਵਾਂਗਾ। ਵਾਈਟ ਪੇਪਰ ਦਾ ਮਤਲਬ ਚਿੱਟਾ ਕਾਗਜ਼ ਨਹੀਂ ਹੁੰਦਾ ਤੇ ਇਹਦੇ ਵਿੱਚ ਸਾਰਾ ਕੁਝ ਦੱਸਣਾ ਹੁੰਦਾ ਤੇ ਦੱਸਣਾ ਹੀ ਪਵੇਗਾ। राहुल जी और प्रियंका जी दे सिपाही ने अपना अस्तीफा वापस लिया। I have taken back my resignation and I categorically state कि जिस दिन नवे एडवोकेट जनरल बन गए और नवा पैनल आ जाएगा, मैं जाके ऑफिस अपना चार्ज संभालना। और जदों गुरु की बेअदबी का सवाल आता है और 2 करोड़ी ड्रग मामले का सवाल आता है ते इस गुत्थी नूं सुलझाउण दे लई सब तो तकड़े साधन DGP और एडवोकेट जनरल ने वो 130 नंबर FIR पता नहीं केड़ी इन्वेस्टिगेशन केड़ी होई, कोई रिकॉर्ड दे उत्ते नहीं है इन्वेस्टिगेशन, लेकिन सुखबीर बादल दे नाल बैठ के IG इकबालप्रीत सोहता कहता जी इनू क्लीन चिट दी जाती है। सुरक्षा कवच पाउण वाले फैसला किवें करनगे? सुमेध सिंह सैनी जी दा जिहड़ा लॉयर है उन्होंने ब्लैंकेट बेल दवाउंदा और कोर्ट 'च खड़ के कहना पंजाब सरकार झूठी है, भरोसेयोग नहीं। ये पंजाब सरकार भरोसेयोग नहीं, ये ते सानू कोई भरोसा नहीं। CBI नूं दे दिओ, एक्सटर्नल एजेंसी नूं दे दिओ, ਉਹਦੇ ਤੇ ਪੰਜਾਬ ਸਰਕਾਰ ਨੂੰ ਭਰੋਸਾ ਹੁੰਦਾ ਔਰ ਉਹ ਐਡਵੋਕੇਟ ਜਨਰਲ ਬਣ ਜਾਂਦਾ ਹੈ। ਇਹ ਦੋਨੋਂ ਨਾ ਰਹੇ। ਇਹ ਕੋਈ ਮੇਰਾ ਪਰਸਨਲ ਕਿਸੇ ਨਾਲ ਲੜਾਈ ਥੋੜਾ ਨਾ, ਮੈਂ ਕਿਉਂ ਲੜੂੰ? ਉਸੇ ਦਿਨ ਸਾਹਬ, ਉਸੇ ਦਿਨ ਕਾਂਗਰਸ ਪਾਰਟੀ ਦਾ ਹਰ ਕਾਰਜਕਰਤਾ, ਹਰ ਵਰਕਰ ਗਲੀ ਮੁਹੱਲੇ ਚਾਲ ਦੇ ਵਿੱਚ ਤੁਹਾਡਾ ਸਟਾਰ ਪ੍ਰਚਾਰਕ ਬਣੇਗਾ। ਨਵਜੋਤ ਸਿੰਘ ਸਿੱਧੂ ਨੇ ਖਾਸ ਤੌਰ ਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਘੰਟਾ ਡੇਢ ਘੰਟਾ ਸਿੱਧੂ ਬੋਲਦੇ ਰਹੇ, ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਰਹੇ। ਉਹਨਾਂ ਦੇ ਇਸ ਪ੍ਰੈਸ ਕਾਨਫਰੰਸ ਕਰਨ ਦੇ ਉੱਤੇ ਵਿਰੋਧੀ ਧਿਰਾਂ ਨੇ ਜਿਹੜੀਆਂ ਖਾਸ ਕਰਕੇ ਅਕਾਲੀ ਦਲ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਪੁੱਛਿਆ ਗਿਆ ਤਾਂ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਮੁੜ ਮਿਸਗਾਈਡਡ ਮਿਜ਼ਾਈਲ ਦੱਸਿਆ। ਕਹਿੰਦੇ ਸਿੱਧੂ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਫਟ ਜਾਣਾ ਹੈ। वो मिसाइल मिसगाइडेड है, डिगेगी। अब तैयारी कर रही है, अभी तो लॉन्चिंग का तैयारी कर रही है, लॉन्च होने वाली है। ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਛਤਾ ਰਹੇ ਨੇ ਕਿ ਕਿਹਨਾਂ ਹੱਥਾਂ ਦੇ ਵਿੱਚ ਅਸੀਂ ਪੰਜਾਬ ਦੀ ਵਾਗਡੋਰ ਦੇ ਦਿੱਤੀ ਹੈ। ਪਬਲਿਕ ਦਾ ਕੀ ਕਸੂਰ ਹੈ? ਸਿੱਧੂ ਸਾਹਿਬ ਦੀ ਪਹਿਲਾਂ ਇੱਕ CM ਨਾਲ ਨਹੀਂ ਸੀ ਬਣਦੀ, ਹੁਣ ਦੂਸਰੇ ਨਾਲ ਨਹੀਂ ਬਣਦੀ। ਇਹਦੇ ਵਿੱਚ ਪੰਜਾਬ ਦੀ ਜਨਤਾ ਦਾ ਕੀ ਕਸੂਰ ਹੈ? ਪੰਜਾਬ ਦੀ ਜਨਤਾ ਕੀ ਕਰੇ? ਰੋਜ਼ ਤੁਸੀਂ ਪ੍ਰੈਸ ਕਾਨਫਰੰਸਾਂ ਕਰਕੇ ਆਪਸੀ ਖੁੰਦਕ ਕੱਢ ਰਹੇ ਹੋ। ਸਿੱਧੂ ਨੇ 2.5 ਸਾਲ ਤਾਂ ਕਹਿੰਦੇ ਕੁਝ ਨਹੀਂ ਕੀਤਾ, ਹੁਣ ਪਤਾ ਹੈ ਵੀ ਲੋਕਾਂ ਵਿੱਚ ਜਾ ਕੇ ਜਵਾਬ ਦੇਣਾ ਪੈਣਾ ਤੇ ਹੁਣ ਇਸ ਤਰ੍ਹਾਂ ਦੇ ਡਰਾਮੇ ਕਰ ਰਹੇ ਨੇ। ਜੇ ਤੁਹਾਨੂੰ ਇੰਨੀ ਤਕਲੀਫ ਹੈ, ਕਾਂਗਰਸ ਛੱਡ ਹੀ ਦਿਓ, ਅਸਤੀਫਾ ਦੇ ਦਿੰਦੇ ਹੋ ਤੇ ਫਿਰ ਡਰਦੇ ਮਾਰੇ ਵਾਪਸ ਲੈ ਲੈਂਦੇ ਹੋ। ਇਹ ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਵਾਪਸ ਲੈਣ ਤੇ ਚੀਮਾ ਨੇ ਰਿਐਕਸ਼ਨ ਦਿੱਤਾ ਹੈ। ਦੇਖੋ, ਲੋਕਾਂ ਨੇ ਤੁਹਾਨੂੰ ਚੁਣਿਆ ਸੀ, ਤੁਸੀਂ ਲੋਕਾਂ ਨਾਲ ਬੇਅਦਬੀ ਦੇ ਇਸ਼ੂ ਦੇ ਉੱਤੇ ਬੜੇ ਵੱਡੇ ਵਾਅਦੇ ਕੀਤੇ ਸੀ। ਸਿੱਧੂ ਸਾਹਿਬ ਵੀ 2.5 ਸਾਲ ਕੈਬਨਿਟ ਮੰਤਰੀ ਰਹੇ, ਕੀ ਕੀਤਾ ਤੁਸੀਂ? ਹੁਣ 5 ਸਾਲ ਨਿਕਲ ਗਏ। ਹੁਣ ਸਿੱਧੂ ਸਾਹਿਬ ਨੂੰ ਪਤਾ ਵੀ ਸਾਨੂੰ ਸੰਗਤ ਦੇ ਵਿੱਚ ਜਾ ਕੇ, ਲੋਕਾਂ ਦੇ ਵਿੱਚ ਜਾ ਕੇ ਜਵਾਬ ਦੇਣਾ ਪੈਣਾ, ਤੇ ਉਹ ਇਸ ਤਰ੍ਹਾਂ ਦੇ ਡਰਾਮੇ ਬਾਹਰ ਫਿਰ ਕਰੀ ਜਾਂਦੇ। ਛੱਡ ਦਿਓ ਕਾਂਗਰਸ, ਫਿਰ ਅਸਤੀਫਾ ਦਿੰਦੇ ਹੋ, ਡਰਦੇ ਫਿਰ ਵਾਪਸ ਵੀ ਲੈ ਲੈਂਦੇ ਹੋ, ਫਿਰ ਕਹਿੰਦੇ ਹਜੇ ਮੈਂ ਜੁਆਇਨ ਵੀ ਨਹੀਂ ਕਰਨਾ, ਤੇ ਛੱਡ ਦਿਓ। ਜੇ ਤੁਸੀਂ ਮੰਨਦੇ ਹੋ ਕਿ ਤੁਹਾਡੀ ਸਰਕਾਰ ਨੇ ਕੁਝ ਨਹੀਂ ਕੀਤਾ ਬੇਅਦਬੀ ਦੇ ਇਸ਼ੂ ਤੇ, ਛੱਡ ਦਿਓ। ਚਿਪਕੇ ਕਿਉਂ ਪਏ ਹੋ? ਸ਼ਰਮ ਤਾਂ ਇਸ ਗੱਲ ਦੀ ਆਉਂਦੀ ਹੈ ਵੀ ਉਦੋਂ ਵੀ ਬਾਹਰ ਬੈਠੇ ਮਿਹਣੇ ਮਾਰੀ ਜਾਂਦੇ ਸੀ, ਇੱਥੇ ਵੀ ਬਾਹਰ ਬੈਠੇ ਮਿਹਣੇ ਮਾਰੀ ਜਾਂਦੇ ਹੋ। ਪਾਰਟੀ ਦੇ ਤੁਸੀਂ ਪ੍ਰਧਾਨ ਨੂੰ ਛੱਡ ਦਿਓ। ਲੋਕੀ ਕੀ ਕਰਨ ਜੇ ਤੁਸੀਂ ਨਹੀਂ ਕੁਝ ਕੀਤਾ? ਤੁਹਾਡੀ ਸਰਕਾਰ ਨੇ ਲੋਕੀ ਕੀ ਕਰਨ? ਇੰਨਾ ਤੁਹਾਨੂੰ 5 ਸਾਲ ਦਾ ਟਾਈਮ ਦਿੱਤਾ ਸੀ, ਕਿੰਨੇ ਕੁ ਬਹਾਨੇ ਤੁਹਾਨੂੰ ਹੋ ਚਾਹੀਦੇ? ਹਰ ਗੱਲ ਦੇ ਉੱਤੇ ਤੁਸੀਂ ਬਹਾਨੇ ਬਣਾਈ ਜਾਓ। ਸਿੱਧੂ ਸਾਹਿਬ ਤਾਂ ਕਹਿ ਰਹੇ ਨੇ ਕਿ ਲੋਲੀਪੌਪ ਦੇਣਾ ਜਾਂ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ, ਦੋਨਾਂ ਦੇ ਵਿੱਚੋਂ ਇੱਕ ਨੂੰ ਚੁਣਨਾ ਪੈਣਾ। ਪਰ ਫਗਵਾੜਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਨੂੰ ਦੇਸ਼ ਦੀ ਸੋਨੇ ਦੀ ਚਿੜੀ ਬਣਾਉਣ ਦੀਆਂ ਗੱਲਾਂ ਕਰ ਰਹੇ ਨੇ। ਵਿਸ਼ਵਕਰਮਾ ਮੰਦਿਰ ਵਿੱਚ 111ਵੇਂ ਵਿਸ਼ਵਕਰਮਾ ਪੂਜਾ ਉਤਸਵ ਮੌਕੇ ਇੱਥੇ ਪਹੁੰਚੇ ਸ਼ਿਲਪਕਾਰਾਂ, ਕਾਮਿਆਂ ਤੇ ਕਿਰਤੀਆਂ ਨੂੰ ਮੁੱਖ ਮੰਤਰੀ ਨੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਦੇ ਨਾਲ ਹੀ ਸੂਬਾ ਤਰੱਕੀ ਦੀ ਰਾਹ ਤੇ ਪਿਆ ਹੈ। ਵੱਡੀ ਯੋਜਨਾ
ਯੋਜਨਾ ਦਾ ਚਾਰੇ ਪਾਸਿਆਂ ਤੋਂ ਅਸੀਂ ਵਿਕਾਸ ਕਰ ਰਹੇ ਹਾਂ ਤੇ ਪੰਜਾਬ ਨੂੰ ਆਪਾਂ ਸਾਰੇ ਰਲ ਕੇ ਮੁੜ ਤੋਂ ਸੋਨੇ ਦੀ ਚਿੜੀ ਬਣਾ ਦੇਵਾਂਗੇ। ਪੰਜਾਬ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਕਹਿੰਦੇ ਮੁੱਖ ਮੰਤਰੀ ਚੰਨੀ ਨੇ ਆਪਣੇ ਕੀਤੇ ਕੰਮਾਂ ਦੇ ਸੋਲੇ ਵੀ ਗਾਏ। ਇੱਥੇ ਵਿਸ਼ਵਕਰਮਾ ਮੰਦਿਰ ਦੇ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਮੰਦਿਰ ਕਮੇਟੀ ਦੇ ਵੱਲੋਂ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਦੇ ਲਈ ਇੱਕ ਆਧੁਨਿਕ ਐਂਬੂਲੈਂਸ ਦੇਣ ਦਾ ਐਲਾਨ ਵੀ ਕੀਤਾ। ਕਿਸਾਨਾਂ ਦੇ ਨਾਲ ਜੁੜੀ ਹੋਈ ਖਬਰ ਹਰਿਆਣਾ ਤੋਂ ਹੈ, ਜਿੱਥੇ ਰੋਹਤਕ ਦੇ ਕਿਲੋਈ ਪਿੰਡ ਦੇ ਮੰਦਿਰ ਪਰਿਸਰ ਦੇ ਵਿੱਚੋਂ ਕਿਸਾਨਾਂ ਨੇ ਆਖਿਰਕਾਰ ਬੀਜੇਪੀ ਲੀਡਰਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਜਦੋਂ ਬੀਜੇਪੀ ਦੇ ਇੱਕ ਲੀਡਰ ਨੇ ਕਿਸਾਨਾਂ ਤੋਂ ਮਾਫੀ ਮੰਗ ਲਈ, ਉਸ ਤੋਂ ਬਾਅਦ ਬੀਜੇਪੀ ਲੀਡਰ ਮਨੀਸ਼ ਗਰੋਵਰ ਦੇ ਵੱਲੋਂ ਮਾਫੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਇਹਨਾਂ ਲੀਡਰਾਂ ਨੂੰ ਬਾਹਰ ਜਾਣ ਦਿੱਤਾ। ਕਈ ਘੰਟਿਆਂ ਦੇ ਲਈ ਕਰੀਬ 1 ਦਰਜਨ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਨੇ ਸ਼ਿਵ ਮੰਦਿਰ ਦੇ ਅੰਦਰ ਡੱਕਿਆ ਹੋਇਆ ਸੀ। ਕਿਸਾਨਾਂ ਦੇ ਵੱਲੋਂ ਸਾਬਕਾ ਸਹਿਕਾਰਤਾ ਰਾਜ ਮੰਤਰੀ ਅਤੇ ਬੀਜੇਪੀ ਲੀਡਰ ਮਨੀਸ਼ ਗਰੋਵਰ ਤੇ ਸਤੀਸ਼ ਨਾਂਦਲ ਸਮੇਤ ਸਥਾਨਕ ਆਗੂਆਂ ਨੂੰ ਪਹਿਲਾਂ ਮੰਦਿਰ ਚੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾ ਰਿਹਾ ਸੀ। ਇਹ ਜਿਹੜੇ ਸਾਰੇ ਲੀਡਰ ਸੀ ਬੀਜੇਪੀ ਦੇ, ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਕੇਦਾਰਨਾਥ ਦੇ ਵਿੱਚ ਉਹਨਾਂ ਦੀ ਯਾਤਰਾ ਦਾ ਲਾਈਵ ਸਮਾਗਮ ਹੋ ਰਿਹਾ ਸੀ, ਉਹਨੂੰ ਦੇਖਣ ਦੇ ਲਈ ਪਹੁੰਚੇ ਸੀ। ਤੇ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਮੰਦਿਰ ਦੇ ਵਿੱਚ ਆਏ ਹੋਏ ਨੇ ਤਾਂ ਉਹਨਾਂ ਨੇ ਮੰਦਿਰ ਦੇ ਦਰਵਾਜ਼ੇ ਨੇ ਜਿਹੜੇ ਉਹ ਬੰਦ ਕਰ ਦਿੱਤੇ ਤੇ ਭਾਜਪਾ ਆਗੂਆਂ ਨੂੰ ਉੱਥੇ ਹੀ ਰੋਕ ਕੇ ਰੱਖਿਆ। ਜ਼ਿਲ੍ਹਾ ਹਿਸਾਰ ਦੇ ਨਾਰਨੌਂਦ ਵਿੱਚ ਥਾਣੇ ਦੇ ਬਾਹਰ ਵੀ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਸੀ। ਮਸਲਾ ਇਹ ਸੀ ਕਿ ਬੀਜੇਪੀ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਸਾਨਾਂ ਬਾਰੇ ਇੱਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਕਿਸਾਨ ਭੜਕ ਗਏ ਤੇ ਉਹਨਾਂ ਨੇ ਪੁਲਿਸ ਥਾਣਾ ਘੇਰ ਲਿਆ ਸੀ। ਤੇ ਕਿਸਾਨਾਂ ਦੇ ਵੱਲੋਂ ਜਦੋਂ ਇਹਨਾਂ ਲੀਡਰਾਂ ਨੂੰ ਮੰਦਿਰ ਦੇ ਅੰਦਰ ਰੋਕਿਆ ਹੋਇਆ ਸੀ, ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਸੀ, ਤਾਂ ਇੱਥੇ ਸ਼ਿਵ ਮੰਦਿਰ ਦੇ ਬਾਹਰ ਕਰੀਬ 300 ਪੁਲਿਸ ਕਰਮੀ ਵੀ ਇਕੱਠੇ ਹੋ ਗਏ ਸੀ। 3 ਜ਼ਿਲ੍ਹਿਆਂ ਦੇ ਐਸਪੀ ਹਾਲਾਤ ਨੂੰ ਸੰਭਾਲਣ ਲਈ ਮੌਕੇ ਤੇ ਤੈਨਾਤ ਸਨ। ਕਿਸਾਨਾਂ ਨੇ ਮੰਗ ਕੀਤੀ ਸੀ ਕਿ ਬੀਜੇਪੀ ਲੀਡਰ ਮਨੀਸ਼ ਗਰੋਵਰ ਬਿਨਾਂ ਸੱਦੇ ਤੇ ਮੰਦਿਰ ਵਿੱਚ ਵੜਨ ਤੋਂ ਮਾਫੀ ਮੰਗੇ। ਕਿਸਾਨਾਂ ਨੇ ਇਲਜ਼ਾਮ ਲਾਇਆ ਸੀ ਕਿ ਇਹਨਾਂ ਨੂੰ ਮੰਦਿਰ ਦੇ ਵਿੱਚ ਆਉਣ ਦੇ ਲਈ ਨਾ ਤਾਂ ਕਿਸੇ ਨੇ ਸੱਦਿਆ ਸੀ, ਨਾ ਹੀ ਇਹਨਾਂ ਨੇ ਮੰਦਿਰ ਆਉਣ ਤੋਂ ਪਹਿਲਾਂ ਕਮੇਟੀ ਦੇ ਵੱਲੋਂ ਇਜਾਜ਼ਤ ਲਈ ਸੀ। ਤੇ ਕਿਸਾਨਾਂ ਨੇ ਸਾਫ਼ ਕੀਤਾ ਕਿ ਜਦੋਂ ਤੱਕ ਸਾਡਾ ਅੰਦੋਲਨ ਚੱਲ ਰਿਹਾ ਹੈ, ਅਸੀਂ ਬੀਜੇਪੀ ਅਤੇ ਜੇਜੇਪੀ ਦੀ ਲੀਡਰਾਂ ਨੂੰ ਜਨਤਕ ਥਾਵਾਂ ਤੇ ਨਹੀਂ ਜਾਣ ਦੇਵਾਂਗੇ। ਤੇ ਰੋਹਤਕ ਤੋਂ ਇਲਾਵਾ ਜੀਂਦ ਦੇ ਪਟਿਆਲਾ ਚੌਂਕ ਤੇ ਵੀ ਕਿਸਾਨਾਂ ਨੇ ਹਾਈਵੇ ਜਾਮ ਕੀਤਾ ਹੋਇਆ ਸੀ। ਝੋਨੇ ਦੀ ਖਰੀਦ ਦੀ ਮੰਗ ਨੂੰ ਲੈ ਕੇ ਕਿਸਾਨ ਇੱਥੇ ਪ੍ਰਦਰਸ਼ਨ ਕਰ ਰਹੇ ਸੀ। ਪੈਟਰੋਲ ਤੇ ਡੀਜ਼ਲ ਦੇ ਜਿਹੜੇ ਭਾਅ ਘਟਾਏ ਨੇ ਸੈਂਟਰ ਦੀ ਸਰਕਾਰ ਨੇ, ਉਸ ਤੋਂ ਬਾਅਦ ਕਈ ਸੂਬਿਆਂ ਨੇ ਅਜਿਹੇ ਐਲਾਨ ਕਰ ਦਿੱਤੇ ਨੇ ਤੇ ਸ੍ਰੀ ਬਿਊਟੀਫੁਲ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਵੀ ਐਲਾਨ ਕਰ ਦਿੱਤਾ ਹੈ। ਤੇਲ ਦੀਆਂ ਕੀਮਤਾਂ ਦੇ ਵਿੱਚ 7 ਰੁਪਏ ਪ੍ਰਤੀ ਲੀਟਰ ਵੈਲਿਊ ਐਡਡ ਟੈਕਸ ਯਾਨੀ ਕਿ ਵੈਟ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਤੇ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਲਿਖਿਆ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੀਤੀ ਕਟੌਤੀ ਤੋਂ ਬਾਅਦ ਪ੍ਰਸ਼ਾਸਨ ਨੇ 4 ਨਵੰਬਰ ਦੀ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਦੇ ਵਿੱਚ 7 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ। ਤੇ ਕੇਂਦਰ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਸੂਬਿਆਂ ਨੇ ਐਲਾਨ ਕਰ ਦਿੱਤੇ ਨੇ, ਪਰ ਪੰਜਾਬ ਦੀ ਚੰਨੀ ਸਰਕਾਰ ਪਤਾ ਨਹੀਂ ਕਿਉਂ ਹਾਲੇ ਤੱਕ ਚੁੱਪ ਬੈਠੀ ਹੈ। ਪਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸੰਕੇਤ ਦਿੱਤੇ ਨੇ ਕਿ ਜਿਹੜੀ ਸ਼ਨੀਵਾਰ ਦੀ ਕੈਬਨਿਟ ਬੈਠਕ ਹੋਣੀ ਹੈ, ਉਹਦੇ ਵਿੱਚ ਪੈਟਰੋਲ ਡੀਜ਼ਲ ਤੋਂ ਵੈਟ ਘਟਾਉਣ ਸੰਬੰਧੀ ਪੰਜਾਬ ਸਰਕਾਰ ਵੀ ਕੋਈ ਫੈਸਲਾ ਲੈ ਸਕਦੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਲੁਧਿਆਣਾ ਦੇ ਭਗਵਾਨ ਵਿਸ਼ਵਕਰਮਾ ਮੰਦਿਰ ਦੇ ਵਿੱਚ ਪਹੁੰਚੇ ਹੋਏ ਸੀ ਵਿਸ਼ਵਕਰਮਾ ਡੇ ਦੇ ਮੌਕੇ ਤੇ। ਇੱਥੇ ਉਹਨਾਂ ਨੇ ਮੰਦਿਰ ਦੀ ਉਸਾਰੀ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਦਾ ਜਥਾ ਜਿਹੜਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ, ਉਸ ਜਥੇ ਤੇ ਹੁਣ ਕੋਵਿਡ ਦੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਪਾਬੰਦੀਆਂ ਨੇ ਕਿ ਦੋਨਾਂ ਟੀਕਿਆਂ ਦੀ ਡੋਜ਼ ਲਈ ਹੋਣੀ ਲਾਜ਼ਮੀ ਹੈ। ਜਿਹੜੀ ਵੀ ਸੰਗਤ ਪਾਕਿਸਤਾਨ ਦੀ ਯਾਤਰਾ ਤੇ ਜਾਊਗੀ, ਉਹਨਾਂ ਦੇ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਨੇ ਕੋਰੋਨਾ ਵਾਇਰਸ ਦੇ। ਟੀਕਾਕਰਨ ਤੋਂ ਇਲਾਵਾ 72 ਘੰਟੇ ਪਹਿਲਾਂ ਦੀ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੈ। ਕੋਵਿਡ ਦੇ ਨਾਲ ਜੁੜੀ ਹੀ ਅਗਲੀ ਖਬਰ ਹੈ, ਬਰਤਾਨੀਆ ਦੇ ਡਰੱਗ ਰੈਗੂਲੇਟਰ ਨੇ ਲੱਛਣਾਂ ਵਾਲੇ ਕੋਵਿਡ ਦੇ ਇਲਾਜ ਲਈ ਤਿਆਰ ਕੀਤੀ ਪਹਿਲੀ ਗੋਲੀ ਨੂੰ ਮਾਨਤਾ ਦੇ ਦਿੱਤੀ ਹੈ ਤੇ ਕੋਵਿਡ ਦੇ ਇਲਾਜ ਲਈ ਪੂਰੀ ਦੁਨੀਆ ਦੇ ਵਿੱਚ ਵਰਤੀ ਜਾਣ ਵਾਲੀ ਮੂੰਹ ਰਾਹੀਂ ਲਈ ਜਾਣ ਵਾਲੀ ਯਾਨੀ ਕਿ ਖਾਧੀ ਜਾਣ ਵਾਲੀ ਪਹਿਲੀ ਐਂਟੀਵਾਇਰਲ ਦਵਾਈ ਹੈ। ਇੱਕ ਗੋਲੀ ਹੈ ਕੋਰੋਨਾ ਵਾਇਰਸ ਦੀ। ਹੁਣ ਤੱਕ ਤਾਂ ਸਿਰਫ ਟੀਕਾ ਆਇਆ ਸੀ, ਹੁਣ ਇਹ ਗੋਲੀ ਵੀ ਆ ਗਈ ਹੈ ਬਰਤਾਨੀਆ ਦੇ ਵਿੱਚ। ਮੋਲ ਨੂੰ ਪ੍ਰਾਵਰ ਦਿਨ ਦੇ ਵਿੱਚ 2 ਵਾਰ ਉਹਨਾਂ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਹਾਲ ਦੇ ਵਿੱਚ ਕੋਵਿਡ ਦੀ ਪੁਸ਼ਟੀ ਹੋਈ ਹੈ। ਇਸ ਗੋਲੀ ਦਾ ਨਾਮ ਮੋਲਨੂਪਿਰਾਵਿਰ ਹੈ। ਇਹ ਦਵਾਈ ਮੂਲ ਤੌਰ ਤੇ ਫਲੂ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ। ਇਹਦੇ ਨਾਲ ਕੋਵਿਡ ਕਾਰਨ ਮਰੀਜ਼ਾਂ ਦੇ ਹਸਪਤਾਲ ਜਾਣ ਦਾ ਜਾਂ ਫਿਰ ਮੌਤ ਦਾ ਖਤਰਾ ਅੱਧੇ ਤੱਕ ਘਟ ਗਿਆ। ਇਥੋਂ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਦੱਸਿਆ ਕਿ ਇਹ ਇਲਾਜ ਰੁੱਖ ਪਲਟਣ ਵਾਲਾ ਇਲਾਜ ਹੈ। ਅੱਜ ਕਹਿੰਦੇ ਸਾਡੇ ਦੇਸ਼ ਦੇ ਲਈ ਇਤਿਹਾਸਿਕ ਦਿਨ ਹੈ ਜਦੋਂ ਬਰਤਾਨੀਆ ਦੁਨੀਆ ਦੇ ਵਿੱਚ ਇੱਕ ਐਂਟੀਵਾਇਰਲ ਦਵਾਈ ਨੂੰ ਕੋਵਿਡ ਦੇ ਘਰ ਵਿੱਚ ਇਲਾਜ ਲਈ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਤੇ ਇਹ ਵੀ ਦੱਸਿਆ ਗਿਆ ਕਿ ਦਵਾਈ ਉਦੋਂ ਜ਼ਿਆਦਾ ਅਸਰ ਕਰਦੀ ਹੈ, ਕਾਰਗਰ ਹੁੰਦੀ ਹੈ ਜੇ ਲੱਛਣ ਸਾਹਮਣੇ ਆਉਣ ਤੋਂ ਪਹਿਲੇ 5 ਦਿਨਾਂ ਦੌਰਾਨ ਦਿੱਤੀ ਜਾਵੇ। ਭਾਰਤ ਦੀ ਮੋਦੀ ਸਰਕਾਰ ਨੇ ਦੇਸ਼ ਦੇ ਲੋੜਵੰਦ ਲੋਕ ਜਿਨ੍ਹਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵਾਸਤੇ ਇੱਕ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫਤ ਰਾਸ਼ਨ ਹੈ ਜਿਹੜਾ ਉਹ ਨਵੰਬਰ ਤੋਂ ਬਾਅਦ ਨਹੀਂ ਵੰਡਿਆ ਜਾਏਗਾ, ਸਿਰਫ ਨਵੰਬਰ ਤੱਕ ਹੀ ਮੁਫਤ ਰਾਸ਼ਨ ਦਿੱਤਾ ਜਾਏਗਾ। ਖੁਰਾਕ ਸਕੱਤਰ ਨੇ ਕਿਹਾ ਹੈ ਕਿ ਨਵੰਬਰ ਤੋਂ ਬਾਅਦ ਇਸ ਵੰਡ ਨੂੰ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਾਫੀ ਤਿੱਖੇ ਤਰੀਕੇ ਦੇ ਨਾਲ, ਤੇਜ਼ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਟਰਾਂਸਪੋਰਟ ਵਿਭਾਗ ਦੇ ਵਿੱਚੋਂ ਮਾਫੀਆ ਨੂੰ ਕੱਢਣ ਦੇ ਦਾਅਵੇ ਕਰਦੇ ਰਹਿੰਦੇ ਨੇ ਤੇ ਉਹਨਾਂ ਤੇ ਹੁਣ ਪਹਿਲੀ ਵਾਰੀ ਸੁਖਬੀਰ ਬਾਦਲ ਨੇ ਹਮਲਾ ਬੋਲਿਆ ਹੈ ਕਿਉਂਕਿ ਜਿੰਨੀਆਂ ਬੱਸਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਬਾਦਲਾਂ ਦੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਨੇ ਉਹਨਾਂ ਦੀਆਂ ਬੱਸਾਂ ਵੀ ਸ਼ਾਮਿਲ ਹੁੰਦੀਆਂ ਨੇ। ਤੇ ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਸਮੇਤ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸੀ ਆਗੂਆਂ ਦੀਆਂ ਬੱਸਾਂ ਕਿਉਂ ਨਹੀਂ ਬੰਦ ਕਰ ਰਹੇ ਰਾਜਾ ਵੜਿੰਗ, ਸਿਰਫ ਅਕਾਲੀ ਲੀਡਰਾਂ ਦੀਆਂ ਬੱਸਾਂ ਤੇ ਹੀ ਕਿਉਂ ਐਕਸ਼ਨ ਲਿਆ ਜਾ ਰਿਹਾ ਹੈ। ਉਹ ਕਹਿੰਦੇ ਨੇ ਕਿ ਸਿਰਫ ਸਿਆਸੀ ਬਦਲਾਖੋਰੀ ਹੈ, ਰਾਜਾ ਵੜਿੰਗ ਜੋ ਚਾਹੁੰਦਾ ਹੈ ਉਹ ਕਰੀ ਜਾਵੇ। ਯਾਨੀ ਕਿ ਤਕਲੀਫ ਪਹਿਲੀ ਵਾਰੀ ਸਾਹਮਣੇ ਆਈ ਹੈ ਬਾਦਲ ਪਰਿਵਾਰ ਦੀ ਬੱਸਾਂ ਦੇ ਉੱਤੇ ਹੁੰਦੇ ਐਕਸ਼ਨ ਨੂੰ ਲੈ ਕੇ, ਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸਿਰਫ ਅਕਾਲੀ ਲੀਡਰਾਂ ਦੀਆਂ ਬੱਸਾਂ ਤੇ ਐਕਸ਼ਨ ਲਿਆ ਜਾ ਰਿਹਾ ਹੈ। ਜਾਂ ਫਿਰ ਇੱਕ ਹੋਰ ਤੱਥ ਇਹ ਵੀ ਹੈ ਕਿ ਜ਼ਿਆਦਾਤਰ ਜਿਹੜੀਆਂ ਪ੍ਰਾਈਵੇਟ ਬੱਸਾਂ ਹੈਗੀਆਂ ਨੇ ਉਹ ਅਕਾਲੀ ਲੀਡਰਾਂ ਦੀਆਂ ਹੀ ਨੇ, ਖਾਸ ਕਰਕੇ ਬਾਦਲ ਪਰਿਵਾਰ ਦੀਆਂ ਨੇ। ਕੀ ਕਿਸੇ ਕਾਂਗਰਸ ਦੇ ਕਿਸੇ ਵੀ ਬੰਦੇ ਦੀ ਬੱਸ ਫੜੀ ਹੈ? ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਕਿਹਾ ਰਿਟਨ ਆਰਡਰ ਸੀ ਕਿ ਕਰੋਨਾ ਦੇ ਵਿੱਚ ਤੁਸੀਂ 50% ਆਕੂਪੈਂਸੀ ਤੇ ਚਲਾਓ। ਮਤਲਬ ਕੀ ਹੈ? ਟੈਕਸ 50% ਲੱਗੂਗਾ ਜਾਂ ਘੱਟ ਲੱਗੂਗਾ? ਤੇ ਕਿਸ ਵਾਸਤੇ ਫੜ ਰਹੇ? ਇੱਕ ਵੀ ਬੱਸ ਜਿਹੜੀ ਫੜੀ ਹੈ ਉਹ ਬਗੈਰ ਪਰਮਿਟ ਤੇ ਨਹੀਂ ਹੈ, ਇਲੀਗਲ। ਮੈਂ ਉਹੀ ਕਹਿਣਾ ਚਾਹਣਾ ਕਿ ਸਰ ਮਨਪ੍ਰੀਤ ਸਿੰਘ ਬਾਦਲ ਦੀ ਬੱਸ ਹੈ ਫੜੀ ਹੈ, ਕਿ ਕਿੱਕੀ ਢਿੱਲੋਂ ਦੀ ਬੱਸ ਫੜੀ ਹੈ, ਕਿ ਉਹਨਾਂ ਦੀ ਫੜੀ ਹੈ। ਕੱਲਾ ਪੋਲੀਟੀਕਲ, ਮੈਂ ਤਾਈਓ ਅੱਜ ਤੱਕ ਨਹੀਂ ਮੈਂ ਇਸ਼ੂ ਰੇਜ਼ ਕੀਤਾ ਕਿਉਂ ਅਸੀਂ ਪਰਵਾਹ ਹੀ ਨਹੀਂ ਕਰਦੇ। ਜੋ ਕਰਨਾ ਕਰਨਾ ਪੂਰਾ ਕਰ ਲੈਣ। 1984 ਸਿੱਖ ਨਸਲਕੁਸ਼ੀ ਦੇ ਨਾਮ ਤੇ ਹਮੇਸ਼ਾ ਪੀੜਤਾਂ ਦੇ ਨਾਲ ਨਾ ਇਨਸਾਫੀ ਹੁੰਦੀ ਰਹੀ ਹੈ। ਹਮੇਸ਼ਾ ਇਹਨਾਂ ਦੇ ਨਾਮ ਦੇ ਉੱਤੇ ਸਿਆਸਤਦਾਨ ਸਿਆਸਤ ਕਰਦੇ ਰਹੇ ਨੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲੁਧਿਆਣਾ ਦੇ ਵਿੱਚ 1984 ਦੇ ਵਿੱਚ ਕਤਲ ਕੀਤੇ ਗਏ ਸਿੱਖਾਂ ਦੇ ਆਤਮਿਕ ਸ਼ਾਂਤੀ ਦੇ ਲਈ ਰਖਵਾਏ ਗਏ ਪਾਠ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਸੀ ਤੇ ਇੱਥੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਸਾਡੀ ਸਰਕਾਰ ਆ ਜਾਊਗੀ ਤਾਂ ਪਹਿਲੀ ਹੀ ਕੈਬਨਿਟ ਵਿੱਚ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ। ਪਰ ਇੱਥੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪਹਿਲਾਂ 10 ਸਾਲ ਲਗਾਤਾਰ ਅਕਾਲੀਆਂ ਦੀ ਸਰਕਾਰ ਰਹੀ ਹੈ, ਉਦੋਂ ਪੀੜਤਾਂ ਦੇ ਲਈ ਕੀ ਕੀਤਾ ਗਿਆ ਸੀ? ਇਨਸਾਫ ਦੇਣ ਦੀ ਬਜਾਏ ਦੋਸ਼ੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਕਾਂਗਰਸ ਤਰਫੋਂ। ਮੈਂ ਤਾਂ ਕਹਿ ਸਕਦਾ ਕਿ ਸੱਚੀ ਸ਼ਰਧਾਂਜਲੀ ਸਿੱਖ ਪੰਥ ਵਾਸਤੇ ਆ ਹੋਊਗੀ ਕਿ ਜਿਹੜੀ ਪਾਰਟੀ ਨੇ ਸਾਰਾ ਕੁਝ ਕਰਾਇਆ, ਹਜ਼ਾਰਾਂ ਭੈਣ ਭਰਾਵਾਂ ਆਪਣੇ ਭੈਣ ਭਰਾਵਾਂ ਨੂੰ ਕਤਲ ਕਰਾਇਆ, ਉਸ ਪਾਰਟੀ ਦਾ ਬਾਈਕਾਟ ਹੋਣਾ ਚਾਹੀਦਾ। ਉਸ ਪਾਰਟੀ ਦੇ ਬਗੈਰ ਕਿਸੇ ਹੋਰ ਪਾਰਟੀ ਨੂੰ ਆਪਾਂ ਸਪੋਰਟ ਕਰ ਸਕਦੇ ਹਾਂ, ਪਰ ਉਸ ਪਾਰਟੀ ਨੂੰ ਨਹੀਂ ਜਿਹੜਾ ਸੱਚਾ ਸਿੱਖ ਹੈ। ਪਰਮਾਤਮਾ ਮਿਹਰ ਕਰੇ ਸਰਕਾਰ ਬਣੇ। ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ, ਇੱਕ ਤਾਂ ਇਹਨਾਂ ਦਾ ਵੈਲਫੇਅਰ ਬੋਰਡ ਬਣਾਇਆ ਜਾਊਗਾ ਜਿਹਦੇ ਰਾਹੀਂ ਆਪਣੀਆਂ ਜਿੰਨੀਆਂ ਵੀ ਇਹਨਾਂ ਪਰਿਵਾਰਾਂ ਦੀ ਸਮੱਸਿਆ ਉਹ ਆਪ ਹੀ ਫੈਸਲਾ ਕਰਕੇ ਉੱਥੇ ਹੱਲ ਕਰ ਸਕਣ। ਕਿਸਾਨ ਮੋਰਚੇ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਲਖੀਮਪੁਰ ਖੇੜੀ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਵਿਚਕਾਰ ਗੰਦੀ ਫਿਰਕੂ ਸਿਆਸਤ ਖੇਡਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਅਤੇ ਚੇਤਾਵਨੀ ਦਿੱਤੀ ਹੈ ਬੀਜੇਪੀ ਦੀ ਸਰਕਾਰ ਨੂੰ ਕਿ ਕਿਸਾਨ ਇਸ ਵੰਡ ਪਾਊ ਸਿਆਸਤ ਤੋਂ ਪੂਰੀ ਤਰ੍ਹਾਂ ਜਾਣੂ ਨੇ ਤੇ ਇਸ ਦਾ ਸ਼ਿਕਾਰ ਨਹੀਂ ਹੋਣਗੇ। ਇੱਕ ਵਾਰੀ ਫਿਰ ਮੰਗ ਕਰਦੇ ਹਾਂ ਕਿ ਮੁੱਖ ਜਿਹੜਾ ਮੁਲਜ਼ਮ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ, ਉਸ ਨੂੰ ਗੱਦੀਓਂ ਲਾਇਆ ਜਾਵੇ ਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਪੰਜਾਬ ਦੇ ਮੁਕੇਰੀਆਂ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਹੈ, ਜਿੱਥੇ ਪਿੰਡ ਬਡਲਾ ਦੇ ਵਿੱਚ ਦੀਵਾਲੀ ਵਾਲੇ ਦਿਨ ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਟਰੈਕਟਰ ਦੇ ਕੰਡੀ ਨਹਿਰ ਦੇ ਵਿੱਚ ਡਿੱਗਣ ਕਾਰਨ ਟਰੈਕਟਰ ਤੇ ਸਵਾਰ 2 ਭੈਣ ਭਰਾਵਾਂ ਦੀ ਮੌਤ ਹੋ ਗਈ, ਜਦਕਿ ਕੁਝ ਦੂਰੀ ਤੇ ਜਾ ਕੇ ਡਿੱਗੇ ਟਰੈਕਟਰ ਚਾਲਕ ਨੂੰ ਜ਼ਖਮੀ ਹੋਣ ਕਾਰਨ ਦਸੂਹਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਮ੍ਰਿਤਕ ਬੱਚਿਆਂ ਦੇ ਪਿਤਾ ਦੀ ਵੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ 15 ਸਾਲ ਤੇ 12 ਸਾਲ ਦੋਵਾਂ ਬੱਚਿਆਂ ਦੀ ਉਮਰ ਸੀ। ਦੋਵੇਂ ਭੈਣ ਭਰਾ ਤੇ ਹੁਣ ਬੱਚਿਆਂ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਸਿਰਫ ਮਾਂ ਬਚੀ ਹੈ।
ਕਿਉਂਕਿ ਬੱਚਿਆਂ ਦੇ ਪਿਓ ਦੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਬੱਚੇ ਹੁਣ ਦੋਵੇਂ ਜਿਹੜੇ ਨੇ ਉਹ ਚਲੇ ਗਏ ਨੇ। ਦਰਅਸਲ ਜਦੋਂ ਰਾਹ ਦੇ ਵਿੱਚ ਟਰੈਕਟਰ ਉੱਤੇ ਪਿੰਡ ਜਾ ਰਹੇ ਗੁਆਂਢੀ ਦੇ ਨਾਲ ਇਹ ਟਰੈਕਟਰ ਤੇ ਬਹਿ ਗਏ ਸੀਗੇ ਤੇ ਘਰ ਆਪਣੇ ਜਾਣਾ ਚਾਹੁੰਦੇ ਸੀਗੇ। ਟਰੈਕਟਰ ਨਹਿਰ ਨੂੰ ਪਾਰ ਕਰਨ ਲੱਗਿਆ ਤਾਂ ਟਰੈਕਟਰ ਪਿੱਛੇ ਪਏ ਟ੍ਰੇਲਰ ਤੇ ਸੁਹਾਗਾ ਨਹਿਰ ਕਿਨਾਰੇ ਬਣੀ ਡਰਿੱਲ ਵਿੱਚ ਫਸਣ ਕਰਕੇ ਨਹਿਰ ਵਿੱਚ ਪਲਟ ਗਿਆ। ਟਰੈਕਟਰ ਦੇ ਨਹਿਰ ਵਿੱਚ ਡਿੱਗਣ ਕਰਕੇ ਦੋਵੇਂ ਬੱਚੇ ਨੇ ਜਿਹੜੇ ਟਰੈਕਟਰ ਦੇ ਹੇਠਾਂ ਆ ਕੇ ਉਹ ਉੱਥੇ ਹੀ ਦੋਵਾਂ ਦੀ ਮੌਤ ਹੋ ਗਈ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰ ਘਟਿਆ ਤਾਂ ਡੇਂਗੂ ਫੈਲਿਆ ਹੋਇਆ ਤੇ ਹੁਣ ਡੇਂਗੂ ਫੈਲਿਆ ਹੋਇਆ, ਮੌਤਾਂ ਹੋ ਰਹੀਆਂ ਨੇ। ਇਸੇ ਦਰਮਿਆਨ ਪਟਿਆਲਾ ਦੇ ਰਾਜਪੁਰਾ ਤੋਂ ਖਬਰ ਹੈ ਜਿੱਥੇ ਪੇਚਿਸ਼ ਦੀ ਬਿਮਾਰੀ ਫੈਲ ਗਈ ਹੈ। 4 ਬੱਚਿਆਂ ਦੀ ਇੱਥੇ ਮੌਤ ਹੋ ਗਈ ਹੈ। 12 ਜਣਿਆਂ ਦੀ ਹਾਲਤ ਗੰਭੀਰ ਹੈ ਤੇ ਗੰਭੀਰ ਬਿਮਾਰ ਬੱਚੇ ਹਸਪਤਾਲਾਂ ਦੇ ਵਿੱਚ ਦਾਖਲ ਨੇ ਅਤੇ ਪੰਜਾਬ ਦੀ ਚੰਨੀ ਸਰਕਾਰ ਹੈ ਜਿਹੜੀ ਉਹ ਸੁੱਤੀ ਪਈ ਹੈ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ। ਪੰਜਾਬ ਦੇ ਵਿੱਚ ਪੜ੍ਹਾਈ ਠੀਕ ਨਹੀਂ ਹੋਵੇਗੀ, ਸਿਹਤ ਠੀਕ ਨਹੀਂ ਹੋਵੇਗੀ, ਰੁਜ਼ਗਾਰ ਨੌਜਵਾਨਾਂ ਨੂੰ ਨਹੀਂ ਮਿਲੇਗਾ ਤਾਂ ਕਿਵੇਂ ਪੰਜਾਬ ਸੋਨੇ ਦੀ ਚਿੜੀ ਬਣੇਗਾ। ਬੇਸ ਤੋਂ ਪੰਜਾਬ ਦਾ ਜਿਹੜਾ ਕੰਮ ਹੈ ਉਹ ਠੀਕ ਕਰਨਾ ਹੀ ਪਏਗਾ। ਪਟਿਆਲਾ ਤੋਂ ਵੀ ਅਜਿਹੀ ਖਬਰ ਹੈ ਜਿੱਥੇ ਪਾਵਰਕਾਮ ਦੇ ਵਿੱਚ ਨੌਕਰੀ ਲੈਣ ਵਾਸਤੇ ਨੌਜਵਾਨ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਨੌਕਰੀ ਕਰਦਿਆਂ ਜਾਨ ਗਵਾਉਣ ਵਾਲੇ ਪਰਿਵਾਰਕ ਮੈਂਬਰਾਂ ਦੇ ਬਦਲੇ ਨੌਕਰੀਆਂ ਦੀ ਮੰਗ ਲਈ 2 ਮਹੀਨਿਆਂ ਤੋਂ ਉਹਨਾਂ ਦੇ ਵਾਰਸ ਪਾਵਰਕਾਮ ਦੇ ਹੈੱਡਕੁਆਟਰ ਤੇ ਪੱਕਾ ਧਰਨਾ ਲਾ ਕੇ ਬੈਠੇ ਨੇ। ਬਹੁ ਮੰਜ਼ਲੀ ਇਮਾਰਤ ਦੇ ਸਿਖਰ ਤੇ ਧਰਨਾ ਲਾ ਕੇ ਬੈਠੇ ਵਾਰਸ ਨੇ ਦੀਵਾਲੀ ਵਾਲੇ ਦਿਨ ਆਪਣੇ ਆਪ ਤੇ ਤੇਲ ਛਿੜਕ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਲ ਦੇ ਸਾਥੀਆਂ ਨੇ ਕੰਬਲ ਤੇ ਹੋਰ ਕੱਪੜੇ ਪਾ ਕੇ ਅੱਗ ਬੁਝਾ ਦਿੱਤੀ। ਹਾਲਾਂਕਿ ਵਾਰਿਸ ਹੈ ਜਿਹੜਾ ਇਹ ਮ੍ਰਿਤਕ ਮੁਲਾਜ਼ਮਾਂ ਦਾ ਇਹ ਜ਼ਖਮੀ ਹੋ ਗਿਆ। ਇੱਥੇ ਵੱਡੀ ਗਿਣਤੀ ਵਿੱਚ ਭਾਰੀ ਪੁਲਿਸ ਫੋਰਸ ਵੀ ਪਹੁੰਚ ਗਈ, ਪਰ ਫਿਰ ਵੀ ਮਹਿਕਮੇ ਨੇ ਕੋਈ ਕਾਰਵਾਈ ਹੈ ਜਿਹੜੀ ਨਹੀਂ ਕੀਤੀ। ਹਰਿਆਣਾ ਤੋਂ ਵੀ ਅਜਿਹੀ ਮਾਯੂਸ ਕਰਨ ਵਾਲੀ ਖਬਰ ਹੈ ਜਿੱਥੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਨੇੜੇ ਨਲਵੀ ਦੇ ਕੋਲ ਕਾਰ ਦੇ ਦਰਖਤ ਨਾਲ ਟਕਰਾਉਣ ਕਰਕੇ 5 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਨੂੰ ਵਾਪਰਿਆ, ਯਾਨੀ ਕਿ ਦੀਵਾਲੀ ਵਾਲੀ ਰਾਤ ਨੂੰ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਲੋਕ ਆਸ-ਪਾਸ ਦੇ ਇਲਾਕਿਆਂ ਦੇ ਹੀ ਵਸਨੀਕ ਸਨ ਅਤੇ ਸਾਰੇ ਨੌਜਵਾਨ ਸਨ। ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਨਵੀਂ ਪਹਿਲ ਕਦਮੀ ਕੀਤੀ ਹੈ। ਉਹਨਾਂ ਨੇ ਜਲੰਧਰ ਸਥਿਤ ਆਪਣੀ ਰਿਹਾਇਸ਼ ਦੇ ਕੋਲ ਧਰਨੇ ਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਲਣ ਦੀ ਹਿੰਮਤ ਕੀਤੀ। ਸਿੱਖਿਆ ਮੰਤਰੀ ਇੱਥੇ ਮਿਲਣ ਪਹੁੰਚੇ ਦੀਵਾਲੀ ਵਾਲੇ ਦਿਨ ਤੇ ਕਹਿੰਦੇ ਕਿ ਤੁਸੀਂ ਮੇਰੇ ਧੀਆਂ ਪੁੱਤਾਂ ਵਾਂਗ ਹੋ ਤੇ ਤਿਉਹਾਰ ਦੇ ਦਿਨ ਜੇ ਮੇਰੇ ਧੀਆਂ ਪੁੱਤ ਸੜਕਾਂ ਤੇ ਬੈਠੇ ਹੋਣ ਤਾਂ ਮੈਂ ਦੀਵਾਲੀ ਦੀਆਂ ਖੁਸ਼ੀਆਂ ਕਿਵੇਂ ਮਨਾ ਸਕਦਾ ਹਾਂ। ਜਲੰਧਰ ਵਿੱਚ ਮੇਰੀ ਰਿਹਾਇਸ਼ ਦੇ ਕੋਲ ਧਰਨੇ ਤੇ ਬੇਰੁਜ਼ਗਾਰ ਨੌਜਵਾਨ ਬੈਠੇ ਨੇ, ਇਸ ਕਰਕੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਇਹਨਾਂ ਨੂੰ ਮਿਲਣ ਆਵਾਂ। ਇਸ ਮੌਕੇ ਉਹਨਾਂ ਨੇ ਇੱਕ ਵਾਅਦਾ ਵੀ ਕੀਤਾ। ਇਹਨਾਂ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਵਾਅਦਾ ਕੀਤਾ ਹੈ ਕਿ ਮੈਨੂੰ 2-3 ਦਿਨ ਦੇ ਦਿਓ, ਆਉਂਦੇ ਮੰਗਲਵਾਰ ਨੂੰ ਮੈਂ ਤੁਹਾਡੇ ਲਈ ਇੱਕ ਜਿਹੜਾ ਖੁਸ਼ੀ ਭਰਿਆ ਐਲਾਨ ਹੈ ਉਹ ਕਰਾਂਗਾ। ਦੀਵਾਲੀ ਤੇ ਬੰਦੀ ਛੋੜ ਦਿਵਸ ਜਿੱਥੇ ਭਾਰਤ ਦੇ ਵਿੱਚ ਧੂਮਧਾਮ ਦੇ ਨਾਲ ਮਨਾਏ ਜਾਂਦੇ ਨੇ, ਉੱਥੇ ਹੀ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਭਾਰਤੀ ਲੋਕ ਵਸਦੇ ਨੇ ਉਹ ਇਸ ਤਿਉਹਾਰ ਨੂੰ ਮਨਾਉਂਦੇ ਨੇ। ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਬੰਦੀ ਛੋੜ ਦਿਵਸ ਮਨਾਉਂਦੇ ਨੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਮੌਕੇ ਸਭ ਨੂੰ ਵਧਾਈਆਂ ਦਿੱਤੀਆਂ। ਟਰੂਡੋ ਨੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਇੱਕ ਤਸਵੀਰ ਹੈ ਜਿਹੜੀ ਉਹ ਵੀ ਸਾਂਝੀ ਕੀਤੀ ਜਿੱਥੇ ਉਹ ਮਿਠਾਈਆਂ ਨੇ ਜਿਹੜੀਆਂ ਉਹਨਾਂ ਦਾ ਲੁਤਫ ਲੈ ਰਹੇ ਸੀ। ਟਰੂਡੋ ਨੇ ਇਹ ਵੀ ਲਿਖਿਆ ਕਿ ਕੈਨੇਡਾ ਤੇ ਦੁਨੀਆ ਭਰ ਦੇ ਸਿੱਖ ਬੰਦੀ ਛੋੜ ਦਿਵਸ ਮਨਾ ਰਹੇ ਨੇ। ਇਹ ਜਿਹੜਾ ਦਿਨ ਹੈਗਾ ਉਹ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਅਤੇ ਜੇਲ੍ਹ ਤੋਂ ਉਹਨਾਂ ਦੀ ਰਿਹਾਈ ਦੀ ਯਾਦ ਦਿਵਾਉਂਦਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।